right. Hello, everyone. Welcome to the Mandy Effect. This is Mandy Tahim. ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਟੌਪਿਕ ਦੇ ਵਿੱਚ ਅਸੀਂ ਕੁਝ ਦਿਲ ਦੀਆਂ ਗੱਲਾਂ ਕਰਾਂਗੇ in relation to sexual education ਔਰ ਮੇਰੇ ਨਾਲ ਨੇ ਬਲਦੇਵ ਮੁੱਤਾ ਜੀ from Punjabi Health Community Services। ਇਹ ਕਮਿਊਨਿਟੀ ਦੇ ਵਿੱਚ ਬਹੁਤ ਹਾਰਡ ਵਰਕ ਕਰਦੇ ਨੇ। ਇਹ ਸਰਵਿਸਿਜ਼ ਆਫਰ ਕਰਦੇ ਨੇ in reference to mental health, addictions, volunteer, ਲੰਗਰ on wheels and ਕਾਫੀ ਹੋਰ ਸਰਵਿਸਿਜ਼ ਆ ਜਿਹੜੀ ਇਹਨਾਂ ਦੀ ਟੀਮ ਪ੍ਰੋਵਾਈਡ ਕਰਦੀ ਆ। ਬਟ ਅੱਜ ਦਾ ਜਿਹੜਾ ਟੌਪਿਕ ਆ ਉਹ ਹੈਗਾ ਸੈਕਸ਼ੂਅਲ ਐਜੂਕੇਸ਼ਨ ਤੇ। ਅੰਕਲ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਤਾਂ ਕਿ ਅਸੀਂ ਸੈਕਸ਼ੂਅਲ ਐਜੂਕੇਸ਼ਨ ਦੇ ਬਾਰੇ ਥੋੜੀ ਨੌਲੇਜ ਦੇ ਸਕੀਏ ਔਰ ਥੋੜੀ ਕੁਐਸਚਨ ਆਨਸਰ ਕਰ ਸਕੀਏ ਤਾਂ ਕਿ ਸਾਡੇ ਵਿਊਅਰਸ ਨੂੰ ਥੋੜੀ ਨੌਲੇਜ ਮਿਲੇ। ਥੈਂਕ ਯੂ ਸੋ ਮਚ ਐਂਡ ਸਤਿ ਸ਼੍ਰੀ ਅਕਾਲ। ਥੈਂਕ ਯੂ ਮਨਦੀਪ ਜੀ। ਮੇਰਾ ਖਿਆਲ 'ਚ ਇਹ ਟੌਪਿਕ ਬਹੁਤ ਇੰਪੋਰਟੈਂਟ ਆ। ਇਹ ਟੌਪਿਕ ਕਿਉਂਕਿ ਆਪਾਂ ਸਾਰੇ ਪੇਰੈਂਟਸ ਹਾਂ ਅਤੇ ਪੇਰੈਂਟਸ ਹੋਣ ਦੇ ਨਾਤੇ ਕੈਨੇਡਾ ਦੇ ਵਿੱਚ ਆਪਣੀ ਜ਼ਿੰਮੇਵਾਰੀ ਵੀ ਬਣ ਜਾਂਦੀ ਆ ਕਿ ਆਪਾਂ ਉਹਨਾਂ ਟੌਪਿਕਸ ਦੇ ਉੱਤੇ ਵੀ ਥੋੜ੍ਹਾ ਜਿਹਾ ਵਿਚਾਰ ਕਰੀਏ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਇੰਪੈਕਟ ਹੁੰਦਾ ਆਪਣੇ ਬੱਚਿਆਂ 'ਤੇ, ਆਪਣੇ ਪਰਿਵਾਰਾਂ 'ਤੇ। ਅਤੇ ਇਸ ਕਰਕੇ ਮੈਂ ਚਾਹੁੰਦਾ ਵੀ ਇਹ ਬਹੁਤ ਵਧੀਆ ਟੌਪਿਕ ਆ ਔਰ ਮੈਂ ਉਮੀਦ ਕਰਦਾ ਕਿ ਲਿਸਨਰਸ ਇਸ ਚੀਜ਼ ਨੂੰ ਸੁਣਨਗੇ ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਬੱਚਿਆਂ ਨੂੰ ਵਧੀਆ ਇੱਕ ਇਨਸਾਨ ਬਣਾਉਣ ਦੇ ਵਿੱਚ ਯਤਨਸ਼ੀਲ ਹੋਣਗੇ। ਸੋ ਥੈਂਕ ਯੂ ਬਹੁਤ ਤੁਹਾਡਾ, ਤੁਸੀਂ ਟਾਈਮ ਕੱਢਿਆ ਮੈਨੂੰ ਇੰਟਰਵਿਊ ਕਰਨ ਦਾ। ਥੈਂਕ ਯੂ ਅੰਕਲ। ਤਾਂ ਆਈ ਥਿੰਕ ਆਪਾਂ ਬੇਸਿਕਸ ਤੋਂ ਸਟਾਰਟ ਕਰਦੇ। ਪਹਿਲਾਂ ਆਪਾਂ ਥੋੜਾ ਵਿਊਅਰਸ ਨੂੰ ਦੱਸੇ ਕਿ ਸੈਕਸ਼ੂਅਲ ਐਜੂਕੇਸ਼ਨ ਕੀ ਹੈ, ਇਹਦੀ ਕੀ ਇੰਪੋਰਟੈਂਸ ਆ ਔਰ ਇਹਦੀ ਕੀ ਵੈਲਿਊ ਹੈ ਸਾਡੀ ਕਮਿਊਨਿਟੀ ਦੇ ਵਿੱਚ ਔਰ ਫੈਮਲੀਜ਼ ਦੇ ਵਿੱਚ ਇਨ ਜਨਰਲ। ਜਿਹੜੀ ਸੈਕਸ਼ੂਅਲ ਐਜੂਕੇਸ਼ਨ ਆ ਇਹਦੀ ਬਹੁਤ ਇੰਪੋਰਟੈਂਸ ਇਸ ਕਰਕੇ ਮੰਨੀ ਜਾਂਦੀ ਆ, ਖਾਸ ਕਰਕੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ, ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਹੜਾ ਇੰਟਰਨੈਟ ਦੀ ਅਵੇਲੇਬਿਲਿਟੀ ਆ ਉਹ ਬਹੁਤ ਸਾਰੇ ਟੀਨੇਜਰਸ ਨੂੰ, ਬਹੁਤ ਸਾਰੇ ਬੱਚਿਆਂ ਨੂੰ ਉਹ ਗਲਤ ਕਿਸਮ ਦੀ ਐਜੂਕੇਸ਼ਨ ਪ੍ਰੋਵਾਈਡ ਕਰਦੀ ਆ ਜਿਹੜੀ ਉਹਨਾਂ ਦੀ ਇਮੋਸ਼ਨਲ ਹੈਲਥ ਲਈ ਹੈਲਦੀ ਨਹੀਂ ਗੀ। ਹਾਂਜੀ। ਸੋ ਜੇ ਐਬਸੈਂਸ ਆਫ ਸੈਕਸ਼ੂਅਲ ਐਜੂਕੇਸ਼ਨ ਮੀਨਸ ਕਿ ਬੱਚੇ ਨੇ ਕਿਤੋਂ ਨਾ ਕਿਤੋਂ ਐਜੂਕੇਸ਼ਨ ਲੈ ਲੈਣੀ ਆ। ਹਾਂਜੀ। ਸੋ ਜੇ ਪੇਰੈਂਟਸ ਉਹਨੂੰ ਰਾਈਟ ਇਨਫੋਰਮੇਸ਼ਨ ਨਹੀਂ ਦੇਣਗੇ, ਹੈਲਥੀ ਐਜੂਕੇਸ਼ਨ ਨਹੀਂ ਦੇਣਗੇ, ਉਸ ਬੱਚੇ ਨਾਲ ਪਿਆਰ ਮੁਹੱਬਤ ਨਾਲ ਬੈਠ ਕੇ ਏਜ ਅਪਰੋਪਰੀਏਟ ਡਿਸਕਸ਼ਨ ਨਹੀਂ ਕਰਨਗੇ, ਫਿਰ ਬੱਚੇ ਦੀ ਕਿਉਰਿਓਸਿਟੀ ਵੱਧਦੀ ਆ ਤੇ ਬੱਚਾ ਫਿਰ ਗਲਤ ਰਾਸਤੇ ਅਖਤਿਆਰ ਕਰਦਾ। ਉਹ ਆਪਣੇ ਫਰੈਂਡਸ ਨੂੰ ਪੁੱਛਦਾ, ਵੱਡੇ ਬੱਚਿਆਂ ਨੂੰ ਪੁੱਛਦਾ, ਵੱਡੇ ਬੱਚਿਆਂ ਕੋਲੇ ਇੰਨੀ ਲਫ਼ਜ਼ਾਂ ਦੀ ਚੋਣ ਨਹੀਂ ਹੁੰਦੀ, ਸੋ ਉਹ ਗਲਤ ਤਰੀਕੇ ਨਾਲ ਛੋਟੇ ਬੱਚਿਆਂ ਨੂੰ ਐਕਸਪਲੇਨ ਕਰਦੇ ਆ। ਸੋ ਐਜ਼ ਏ ਰਿਜ਼ਲਟ ਬੇਸਿਕਲੀ ਜਿਹੜੇ ਬੱਚਿਆਂ ਦਾ ਵਿਊ ਆ ਇੱਕ ਹੈਲਥੀ ਸੈਕਸ਼ੁਐਲਿਟੀ ਕਰਨੀ, ਉਹ ਡਿਸਟੋਰਟ ਹੋ ਕੇ ਇਰੋਨੀਅਸ ਵਿਊਜ਼ ਮੁੰਡੇ ਤੇ ਕੁੜੀਆਂ ਦੇ ਦਿਮਾਗ ਦੇ ਵਿੱਚ ਛਾ ਜਾਂਦੇ ਆ ਔਰ ਉਹਦੇ ਕੌਨਸੀਕੁਐਂਸਿਸ ਬੜੇ ਮਾੜੇ ਨਿਕਲਦੇ ਆ, ਜਿਹੜੇ ਕਿ ਆਪਾਂ ਆਉਣ ਵਾਲੇ ਥੋੜ੍ਹੀ ਦੇਰ ਨੂੰ ਉਹਨਾਂ ਦੀ ਡਿਟੇਲ ਦੇ ਵਿੱਚ ਬ੍ਰੇਕ ਡਾਊਨ ਕਰਕੇ ਦੱਸਾਂਗੇ ਕਿ ਉਹਦਾ ਪਰਿਵਾਰਾਂ ਤੇ, ਇੰਡੀਵਿਜੂਅਲਸ ਤੇ ਕਮਿਊਨਿਟੀ ਤੇ ਕਿਵੇਂ ਅਸਰ ਪੈਂਦਾ ਲੈਕ ਆਫ ਸੈਕਸ਼ੂਅਲ ਐਜੂਕੇਸ਼ਨ ਦਾ। ਕਿਉਂਕਿ ਜਦ ਤੱਕ ਆਪਾਂ ਇਸ ਚੀਜ਼ ਦੇ ਬਾਰੇ ਗੱਲ ਨਹੀਂ ਕਰਦੇ ਆਪਾਂ ਨੂੰ ਲੱਗਦੀ ਹੈ ਯਾਰ ਕਿਹੋ ਜਿਹਾ ਇਹ ਟੌਪਿਕ ਆ, ਇਹਦੀ ਜ਼ਰੂਰਤ ਹੀ ਕਿਉਂ ਪੈਂਦੀ ਆ, ਜਦੋਂ ਬੱਚਾ ਵੱਡਾ ਹੋ ਜਾਊਗਾ ਆਪੇ ਐਕਸਪਲੋਰ ਕਰ ਲੂਗਾ, ਹੁਣੇ ਆਪਾਂ ਨੂੰ ਕੀ ਜ਼ਰੂਰਤ ਆ। ਲੇਕਿਨ ਇਹ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹਦੀ ਕੀ ਰੈਲੇਵੈਂਸ ਆ, ਜਦ ਤੱਕ ਪੇਰੈਂਟਸ ਨੂੰ ਉਹਦੇ ਬਾਰੇ ਨਹੀਂ ਪਤਾ ਲੱਗਦਾ, ਉਹਨਾਂ ਨੂੰ ਇਹਦੀ ਇੰਪੋਰਟੈਂਸ ਨਹੀਂ ਪਤਾ ਲੱਗਦੀ, ਉਹ ਸੋਚਦੇ ਯਾਰ ਇਹ ਵਾਧੂ ਜਿਹੀ ਟੌਪਿਕ ਆ, ਐਵੇਂ ਹੀ ਲੋਕ ਸ਼ੋਰ ਪਾਈ ਜਾਂਦੇ ਆ, ਇੰਨੀ ਕੋਈ ਲੋੜ ਨਹੀਂ ਗੀ ਇਹਦੀ। ਹਾਂਜੀ। ਤਾਂ ਅੰਕਲ ਮੈਂ ਇਹ ਵੀ ਦੇਖਿਆ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਇਹਦੇ ਰਿਲੇਟਡ ਟੌਪਿਕਸ ਵੀ ਹੁੰਦੇ ਉਹ ਬੜੇ ਟੈਬੂ ਮੰਨੇ ਜਾਂਦੇ ਵੀ ਇਹਦੇ ਬਾਰੇ ਅਸੀਂ ਗੱਲ ਨਹੀਂ ਕਰਨੀ, ਜਿਵੇਂ ਅਸੀਂ ਪਰਦਿਆਂ ਪਿੱਛੇ ਇਹ ਚੀਜ਼ਾਂ ਨੂੰ ਲੁਕੋ ਦਿੰਦੇ ਹਾਂ। ਹਾਲਾਂਕਿ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਅਸੀਂ ਬੱਚਿਆਂ ਦਾ ਕੌਨਫੀਡੈਂਸ ਬਿਲਡ ਕਰ ਸਕਦੇ ਹਾਂ। ਇਹ ਆਪਣੀ ਕਮਿਊਨਿਟੀ 'ਚ ਕਿਉਂ ਹੈ ਔਰ ਆਪਾਂ ਇਹਨੂੰ ਕਿਵੇਂ ਫਿਕਸ ਕਰ ਸਕਦੇ ਹਾਂ, ਸਪੈਸ਼ਲੀ ਜਿਹੜੀਆਂ ਯੰਗਰ ਫੈਮਲੀਜ਼ ਆ। ਜੀ ਸੋ ਹਿਸਟੋਰੀਕਲੀ ਮਨਦੀਪ ਜੀ, ਜੇ ਤੁਸੀਂ ਹਿਸਟੋਰੀਕਲੀ ਪਿਛਲੇ 5000 ਸਾਲ 'ਚ ਇੰਡੀਅਨ ਸਬ ਕੰਟੀਨੈਂਟ 'ਚ ਤੁਸੀਂ ਅਗਰ ਹਿਸਟਰੀ ਦੇ ਅਗਰ ਤੁਸੀਂ ਸਟੂਡੈਂਟ ਰਹੇ ਹੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਆਪਣੇ 5-7 ਹਜ਼ਾਰ ਸਾਲ ਪਹਿਲਾਂ ਇੰਡੀਆ ਦੇ ਵਿੱਚ ਸੈਕਸ਼ੂਅਲ ਐਜੂਕੇਸ਼ਨ ਤੇ ਬਹੁਤ ਕੰਮ ਹੋਇਆ ਸੀ। ਹਾਂਜੀ। ਔਰ ਜਿਹੜੇ ਉਸ ਜ਼ਮਾਨੇ ਦੇ ਵਿਦਵਾਨ ਸੀ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਅਗਰ ਆਪਾਂ ਸੈਕਸ਼ੂਅਲ ਐਜੂਕੇਸ਼ਨ ਨੂੰ
ਆਰਡੀਨਰੀ ਲੋਕਾਂ ਤੱਕ ਲੈ ਕੇ ਜਾਈਏ ਔਰ ਇਹ ਇੱਕ ਟੈਬੂ ਜਾਂ ਸਟਿਗਮੇਟਾਈਜ਼ ਟੌਪਿਕ ਨਾ ਹੋਵੇ, ਤਾਂ ਉਹਦੇ ਨਾਲ ਜਿਹੜੀ ਕਮਿਊਨਿਟੀ ਆ, ਜਿਹੜੀ ਮਤਲਬ ਕਿ ਲੋਕ ਆ, ਉਹ ਇਸ ਚੀਜ਼ ਨੂੰ ਇੱਕ ਗਲਤ ਨਜ਼ਰੀਏ ਨਾਲ ਨਹੀਂ ਦੇਖਣਗੇ। ਜਾਣੀ ਉਹਦੇ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਬਲਾਤਕਾਰ ਘੱਟ ਹੋਣਗੇ, ਕੁੜੀਆਂ ਨੂੰ ਘੱਟ ਤੰਗ ਕਰਿਆ ਜਾਊਗਾ, ਲੋਕਾਂ ਦੀ ਜਿਹੜੀ ਇਹ ਮਾਨਸਿਕਤਾ ਵੀ ਕੋਈ ਸੋਹਣੀ ਕੁੜੀ ਦੇਖੀ ਉਹਨੂੰ ਕਮੈਂਟ ਕਰਨਾ ਸ਼ੁਰੂ ਕਰਤਾ, ਟੌਂਟ ਕਰਨਾ ਸ਼ੁਰੂ ਕਰਤਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅੱਜ ਕੱਲ੍ਹ ਵੀ ਆਪਾਂ ਫੇਸ ਕਰਦੇ ਹਾਂ, ਇਹ ਚੀਜ਼ਾਂ ਨੂੰ ਰੋਕਣ ਦੇ ਲਈ ਉਹਨਾਂ ਵਿਦਵਾਨਾਂ ਦਾ, ਅੱਜ ਤੋਂ 5-7 ਹਜ਼ਾਰ ਸਾਲ ਪਹਿਲਾਂ ਵਿਦਵਾਨਾਂ ਦਾ, ਉਹਨਾਂ ਦਾ ਸੀਗਾ ਕਿ ਇਸ ਚੀਜ਼ ਨੂੰ ਕਲੋਜ਼ ਨਾ ਕੀਤਾ ਜਾਵੇ, ਓਪਨ ਰੱਖਿਆ ਜਾਵੇ। ਸੋ ਉਹਨਾਂ ਨੇ ਦੋ ਕੰਮ ਕੀਤੇ। ਇੱਕ ਤਾਂ ਉਹਨਾਂ ਨੇ ਕਾਮਾ ਸੂਤਰਾ ਲਿਖਿਆ, ਇੱਕ ਵੱਡਾ ਜਾਨੀ ਡਿਸਕੋਰਸ ਆ ਆਪਣੇ ਇੰਡੀਅਨ ਲਿਟਰੇਚਰ ਦੇ ਵਿੱਚ ਆਉਂਦਾ ਕਾਮਾ ਸੂਤਰਾ। ਦੂਸਰਾ, ਉਹਨਾਂ ਨੇ ਬਹੁਤ ਸਾਰੇ ਮੰਦਰ ਬਣਾਏ ਜਿਹਦੇ ਵਿੱਚ ਸੈਕਸੂਅਲ ਜਿਹੜੀਆਂ ਥਾਟ ਪ੍ਰੋਸੈਸਸ ਸੀਗੇ, ਜਿਹੜੀਆਂ ਐਕਟੀਵਿਟੀਜ਼ ਸੀਗੀਆਂ, ਉਹਦੇ ਬਾਰੇ ਕਮਿਊਨਿਟੀ ਨੂੰ, ਵਿਦਵਾਨਾਂ ਨੂੰ, ਟੀਚਰਸ ਨੂੰ, ਐਜੂਕੇਟਰਸ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਸੀ। ਸੋ ਉਹ ਟੈਂਪਲਸ ਹਜੇ ਵੀ ਆਪਣੇ ਇੰਡੀਆ 'ਚ ਮੌਜੂਦ ਆ, ਉੱਥੇ ਜਾ ਕੇ ਉਹ ਦੇਖ ਸਕਦੇ ਹਾਂ ਆਪਾਂ। ਗ੍ਰੈਜੂਅਲੀ ਹੋਇਆ ਕਿ ਜਦੋਂ ਡਿਫਰੈਂਟ ਸਿਵਲਾਈਜੇਸ਼ਨਸ ਆਈਆਂ, ਉਹਨਾਂ ਨੇ ਇਸ ਚੀਜ਼ ਨੂੰ ਨੇਗੇਟ ਕਰਨਾ ਸ਼ੁਰੂ ਕਰਤਾ, ਤੇ ਐਜ਼ ਏ ਰਿਜ਼ਲਟ ਅਸੀਂ ਬੜੀ ਰਿਪਰੈਸਿਵ ਕਿਸਮ ਦੀ ਸੁਸਾਇਟੀ ਨੂੰ ਜਨਮ ਦੇਤਾ। ਸੋ ਦੋ ਤਰ੍ਹਾਂ ਦੇ ਡਿਸਕੋਰਸਿਸ ਮਨਦੀਪ ਜੀ ਅੱਜ ਵੀ ਆਪਣੀ ਸੁਸਾਇਟੀ ਦੇ ਵਿੱਚ ਆ। ਇੱਕ ਪੇਰੈਂਟਸ ਆ ਜਿਹੜੇ ਕਹਿੰਦੇ ਆ ਕਿ ਅਗਰ ਬੱਚੇ ਨੂੰ ਬਿਲਕੁਲ ਸੈਕਸ਼ੂਅਲ ਐਜੂਕੇਸ਼ਨ ਬਾਰੇ ਨਾ ਦੱਸਿਆ ਜਾਵੇ ਤਾਂ ਉਹ ਬੱਚਾ ਬਿਲਕੁਲ ਠੀਕ ਠਾਕ ਹੋਊਗਾ, ਉਹਦੇ 'ਚ ਕੋਈ ਅਰਜ ਨਹੀਂ ਆਊਗੀ, ਉਹਨੂੰ ਕੋਈ ਪਤਾ ਲੱਗਣ ਦੀ ਲੋੜ ਨਹੀਂ ਗੀ, ਉਹ ਆਪਣੇ ਆਪ ਹੀ ਜਦੋਂ ਉਹਦੀ ਏਜ ਹੋਊਗੀ ਉਹਨੂੰ ਪਤਾ ਲੱਗ ਜਾਊਗਾ। ਓਕੇ, ਇੱਕ ਥਾਟ ਪ੍ਰੋਸੈਸ ਆ। ਇੰਡੀਅਨ ਕਮਿਊਨਿਟੀ ਐਸ ਥਾਟ ਪ੍ਰੋਸੈਸ ਦੇ ਵਿੱਚ ਜ਼ਿਆਦਾ ਇਨਵੋਲਵਡ ਆ। ਉਹ ਇਸ ਚੀਜ਼ ਨੂੰ ਮੰਨਦੀ ਆ ਕਿ ਸਾਨੂੰ ਬੱਚੇ ਨੂੰ ਸੈਕਸ਼ੂਅਲ ਐਜੂਕੇਸ਼ਨ ਨਹੀਂ ਕਰਨੀ ਚਾਹੀਦੀ। ਫਿਰ ਕੁਝ ਮਾਡਰਨ ਪੇਰੈਂਟਸ ਵੀ ਹੈਗੇ ਆਪਣੀ ਕਮਿਊਨਿਟੀ 'ਚ, ਉਹ ਕਹਿੰਦੇ ਆ ਵੀ ਕਰਨੀ ਚਾਹੀਦੀ ਆ, ਕਿਉਂਕਿ ਅਸੀਂ ਕੈਨੇਡਾ 'ਚ, ਅਸੀਂ ਇੰਡੀਆ 'ਚ ਨਹੀਂ ਗਏ। ਇੱਥੇ ਡਿਫਰੈਂਟ ਕਿਸਮ ਦੀ ਸਿਵਲਾਈਜੇਸ਼ਨ ਆ, ਇੱਥੇ ਬਹੁਤ ਜ਼ਿਆਦਾ ਖੁੱਲਾ ਮਾਹੌਲ ਆ। ਸਾਡਾ ਬੱਚਾ ਟਰਬਲ 'ਚ ਆ ਸਕਦਾ ਜੇ ਅਸੀਂ ਬੱਚਿਆਂ ਨੂੰ ਰਾਈਟ ਟੱਚ, ਰੋਂਗ ਟੱਚ ਦੇ ਬਾਰੇ ਨਾ ਦੱਸਿਆ, ਜਾਂ ਗਲਤ ਚੀਜ਼ ਕੀ ਆ, ਸਹੀ ਚੀਜ਼ ਕੀ ਆ, ਉਹਦੇ ਬਾਰੇ ਨਾ ਦੱਸਿਆ, ਜਾਂ ਅਸੀਂ ਇਹ ਨਾ ਦੱਸਿਆ ਕਿ ਇਹ ਜਿਹੜਾ ਰਿਲੇਸ਼ਨਸ਼ਿਪ ਆ ਇਹ ਕਦੋਂ ਸ਼ੁਰੂ ਕਰਨਾ ਚਾਹੀਦਾ, ਕਿਹੜੀ ਏਜ 'ਚ ਸ਼ੁਰੂ ਕਰਨਾ, ਇਹਦੀਆਂ ਲਿਮਿਟੇਸ਼ਨਸ ਕੀ ਆ, ਇਹਦੇ ਕੌਨਸੀਕੁਐਂਸਿਸ ਕੀ ਆ। ਅਗਰ ਉਹਦੇ ਬਾਰੇ ਸਾਰੀ ਜਾਣਕਾਰੀ ਨਾ ਦਿੱਤੀ ਵੀ ਸਾਡਾ ਬੱਚੇ ਨੂੰ ਪ੍ਰੋਬਲਮਸ ਆਉਣਗੀਆਂ ਹਾਈ ਸਕੂਲ 'ਚ ਜਾ ਕੇ। ਇੱਕ ਪੇਰੈਂਟਸ ਉਹ ਆ। ਫਿਰ ਕੁਝ ਪੇਰੈਂਟਸ ਇਹ ਆ ਵੀ ਅਸੀਂ ਦੱਸਣਾ ਚਾਹੁੰਦੇ ਆ ਪਰ ਸਾਡੇ ਕੋਲ ਸਕਿੱਲਸ ਹੀ ਹੈ ਨਹੀਂ। ਅਸੀਂ ਕਿਵੇਂ ਕੁੜੀ ਮੁੰਡੇ ਨਾਲ ਗੱਲ ਕਰੀਏ ਆਪਣੇ, ਉਹ ਕੁੜੀ ਮੁੰਡਾ ਵੀ ਸ਼ਰਮਾਉਂਦਾ, ਅਸੀਂ ਵੀ ਸ਼ਰਮਾਉਂਦੇ ਆ, ਸਾਡੇ ਕੋਲੇ ਰਾਈਟ ਲਫ਼ਜ਼ ਹੈ ਨਹੀਂ ਗੇ, ਅਸੀਂ ਕਿਸ ਤਰੀਕੇ ਨਾਲ ਗੱਲ ਕਰੀਏ, ਕਿਵੇਂ ਗੱਲ ਕਰੀਏ, ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਛੋਟਾ ਬੱਚਾ 5 ਸਾਲ ਦਾ, ਉਹਦੇ ਨਾਲ ਅਸੀਂ ਕੀ ਗੱਲ ਕਰੀਏ, ਤੇ ਜਿਹੜਾ ਟੀਨੇਜਰ ਆ ਉਹਦੇ ਨਾਲ ਕੀ ਗੱਲ ਕਰੀਏ। ਤੇ ਜੇ ਅਸੀਂ ਟੀਨੇਜਰ ਨਾਲ ਗੱਲ ਕਰਦੇ ਹਾਂ, ਉਹ ਕਹਿੰਦਾ ਡੈਡ ਮਮ ਵਾਟ ਆਰ ਯੂ ਟਾਕਿੰਗ ਅਬਾਊਟ, I learnt this when I was 12 years old in school. Now I am 18. Why are you talking about these things? I know what this is. ਅੱਛਾ, ਇਹਦਾ ਮਤਲਬ ਆ ਹੁਣ ਏਜ ਅਪਰੋਪਰੀਏਟ ਕਿਹੜੀ ਆ? ਕੀ ਆਪਾਂ 5 ਸਾਲ ਦੇ ਬੱਚੇ ਨਾਲ ਗੱਲ ਕਰੀਏ, ਕੀ ਆਪਾਂ 10 ਸਾਲ ਦੇ ਬੱਚੇ ਨਾਲ ਗੱਲ ਕਰੀਏ, ਕੀ ਆਪਾਂ ਹਾਈ ਸਕੂਲ ਦੇ ਬੱਚੇ ਨਾਲ ਗੱਲ ਕਰੀਏ, ਕਦੋਂ ਗੱਲ ਕਰੀਏ, ਕਿਵੇਂ ਗੱਲ ਕਰੀਏ? ਸੋ ਇਹ ਜਿਹੜੀ ਕੰਪਲੈਕਸਿਟੀ ਆ, ਇਹ 3 ਲੈਵਲਸ ਤੇ ਮੈਂ ਇਹਨੂੰ ਲਿਖਦਾ ਮਨਦੀਪ ਜੀ। ਇੱਕ ਤਾਂ ਉਹ ਪੇਰੈਂਟਸ ਥੋੜਾ ਜਿਹਾ ਸੋਚਣ ਜਿਹੜੇ ਕਹਿੰਦੇ ਇਹਦੀ ਬਿਲਕੁਲ ਹੀ ਨਹੀਂ ਜ਼ਰੂਰਤ। ਇੱਕ ਉਹ ਪੇਰੈਂਟਸ ਸੋਚਣ ਜਿਹੜੇ ਕਹਿੰਦੇ ਆ ਵੀ ਹਾਂ ਇਹਦੀ ਜ਼ਰੂਰਤ ਆ, ਤੇ ਇੱਕ ਉਹ ਪੇਰੈਂਟਸ ਜਿਹੜੇ ਕਹਿੰਦੇ ਆ ਵੀ ਹਾਂ ਇਹਦੀ ਜ਼ਰੂਰਤ ਆ ਪਰ ਮੈਨੂੰ ਕੁਝ ਨਹੀਂ ਆਉਂਦਾ, ਤਾਂ ਮੈਨੂੰ ਸਿੱਖਣ ਦੀ ਲੋੜ ਆ। ਸੋ ਆਪਾਂ ਤਿੰਨੋਂ ਤੇ ਉੱਤੇ ਥੋੜਾ ਜਿਹਾ ਗੱਲ ਕਰ ਲੈਂਦੇ ਆ, ਤੇ ਉਹਦੇ ਨਾਲ ਆਪਣੇ ਲਿਸਨਰਸ ਨੂੰ ਥੋੜਾ ਜਿਹਾ ਅੰਦਾਜ਼ਾ ਹੋ ਜਾਊਗਾ ਕਿ ਉਹ ਆਪਣਾ ਪਹਿਲੀ ਗੱਲ ਤਾਂ ਇਹ ਮਾਈਂਡ ਬਣਾ ਲੈਣਗੇ ਕਿ ਹਾਂ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ। ਤੇ ਜੇ ਉਹਨਾਂ ਨੇ ਮਾਈਂਡ ਬਣਾ ਲਿਆ ਵੀ ਦੱਸਣਾ ਚਾਹੀਦਾ, ਫਿਰ ਉਹ ਇਹ ਦੇਖਣਗੇ ਵੀ ਯਾਰ ਦੱਸਣਾ ਤਾਂ ਚਾਹੀਦਾ ਪਰ ਮੈਨੂੰ ਤਾਂ ਹੁਣ ਗੱਲ ਹੀ ਨਹੀਂ ਕਰਨੀ ਆਉਂਦੀ, ਹੁਣ ਮੈਂ ਕੀ ਕਰਾਂ। ਤੇ ਆਪਾਂ ਉਸ ਤਰੀਕੇ ਨਾਲ ਆਪਾਂ ਗੱਲ ਕਰ ਲਈਏ। ਹਾਂਜੀ ਅੰਕਲ, ਆਪਾਂ ਦੋ ਚੀਜ਼ਾਂ ਤੇ ਫੋਕਸ ਕਰੀਏ। ਇੱਕ ਤਾਂ ਕਿਹੜੀ ਏਜ ਗਰੁੱਪ ਦੇ ਬੱਚੇ ਨੂੰ ਆਪਾਂ ਸੈਕਸ਼ੂਅਲ ਐਜੂਕੇਸ਼ਨ ਦੇ ਬਾਰੇ ਨੌਲੇਜ ਦੇਣੀ ਸਟਾਰਟ ਕਰੀਏ, ਔਰ ਗੁੱਡ ਟੱਚ ਬੈਡ ਟੱਚ ਦੇ ਬਾਰੇ ਕਿਵੇਂ ਬੱਚਿਆਂ ਨੂੰ ਦੱਸਣਾ ਆ, ਔਰ ਬੱਚਿਆਂ ਨੂੰ ਅਸੀਂ
ਇਕੱਠੇ ਬਿਠਾ ਕੇ ਦਸੀਏ ਕਿ ਅਲੱਗ-ਅਲੱਗ ਦਸੀਏ। ਕਈ ਲੋਕਾਂ ਦੀਆਂ ਸਮਾਲਰ ਫੈਮਲੀਜ਼ ਆ, ਇੱਕ ਬੱਚਾ, ਕਈਆਂ ਦੇ 3 4 5 ਬੱਚੇ ਆ, ਡਿਫਰੈਂਟ ਏਜ ਗਰੁੱਪਸ ਆ। ਆਪਾਂ ਜੇ ਇਹਨਾਂ ਸਾਰੀਆਂ ਚੀਜ਼ਾਂ ਤੇ ਥੋੜਾ ਫੋਕਸ ਕਰੀਏ, ਆਈ ਥਿੰਕ ਕਾਫੀ ਫੈਮਲੀਜ਼ ਨੂੰ ਹੈਲਪ ਮਿਲੂਗੀ ਇਸ ਚੀਜ਼ ਦੇ ਨਾਲ। ਜੀ, ਸੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਬੱਚੇ ਨੂੰ ਕਦੋਂ ਸੈਕਸ ਐਜੂਕੇਸ਼ਨ ਦੇ ਬਾਰੇ ਦੱਸਣਾ ਚਾਹੀਦਾ। ਮੇਰਾ ਖਿਆਲ 'ਚ ਜਦੋਂ ਬੱਚਾ 4-5 ਸਾਲ ਦਾ ਹੋ ਜਾਵੇ, ਉਦੋਂ ਹੀ ਬੱਚੇ ਦੇ ਨਾਲ ਗੁੱਡ ਟੱਚ ਬੈਡ ਟੱਚ ਦੱਸਣਾ ਚਾਹੀਦਾ। ਔਰ ਬੱਚੇ ਨੂੰ ਇਹ ਦੱਸਣਾ ਚਾਹੀਦਾ ਵੀ ਇਹ ਕੁਦਰਤੀ ਤੌਰ ਤੇ ਆ, ਜੇ ਤੈਨੂੰ ਕਿਸੇ ਨੇ ਬੈਡ ਟੱਚ ਕੀਤਾ ਤੈਨੂੰ ਪਤਾ ਲੱਗ ਜੂਗਾ। ਜੇ ਤੈਨੂੰ ਲੱਗਿਆ ਵੀ ਇਹ ਮੈਨੂੰ ਚੰਗਾ ਨਹੀਂ ਲੱਗਿਆ, ਤੁਸੀਂ ਆ ਕੇ ਮੰਮੀ ਡੈਡੀ ਨੂੰ ਦੱਸੋ ਵੀ ਅੰਕਲ ਨੇ ਜਾਂ ਆਂਟੀ ਨੇ ਜਾਂ ਕਿਸੇ ਹੋਰ ਫਰੈਂਡ ਨੇ ਜਾਂ ਕਿਸੇ ਬੱਚੇ ਨੇ ਜਾਂ ਕਿਸੇ ਕਜ਼ਨ ਨੇ ਮੈਨੂੰ ਬੈਡ ਟੱਚ ਕੀਤਾ। ਕੀ ਟੱਚ ਕੀਤਾ ਉਹ ਤੁਸੀਂ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡੇ ਨਾਲ ਬੈਠਾਂਗੇ, ਤੁਹਾਡੇ ਨਾਲ ਲਿਸਨ ਕਰਾਂਗੇ। ਸੋ ਇਹ ਤਾਂ ਛੋਟੇ ਬੱਚਿਆਂ ਦੀ ਗੁੱਡ ਟੱਚ ਬੈਡ ਟੱਚ ਆ ਇੱਕ। ਦੂਸਰੀ ਚੀਜ਼ ਹੈਗੀ ਆ ਕਿ ਹੁਣ ਆਪਾਂ ਆਪਣੇ ਬੱਚੇ ਦੇ ਨਾਲ ਇੱਕ ਐਸਾ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਆ ਕਿ ਉਹ ਲੌਂਗ ਟਰਮ ਸਾਡੇ ਨਾਲ ਓਪਨ ਰਵੇ। ਜੇ ਕੱਲ ਨੂੰ ਕੁਝ ਹੁੰਦਾ ਤਾਂ ਉਹ ਬੱਚਾ ਆ ਕੇ ਸਾਨੂੰ ਦੱਸੇ ਤਾਂ ਕਿ ਅਸੀਂ ਉਹਨੂੰ ਪ੍ਰੋਟੈਕਟ ਕਰ ਸਕੀਏ, ਕਿਉਂਕਿ ਹਰ ਇੱਕ ਪੇਰੈਂਟ ਚਾਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਪ੍ਰੋਟੈਕਟ ਕਰੀਏ। ਹੁਣ ਬਹੁਤ ਸਾਰੀਆਂ ਜਦੋਂ ਮੈਂ ਰਿਸਰਚ ਰਿਪੋਰਟਸ ਪੜ੍ਹਦਾ, ਚਾਹੇ ਉਹ ਇੰਡੀਅਨ ਸਬ ਕੰਟੀਨੈਂਟ ਦੀਆਂ ਰਿਸਰਚ ਰਿਪੋਰਟਸ ਆ, ਚਾਹੇ ਉਹ ਕੈਨੇਡਾ ਦੀ ਸੁਸਾਇਟੀ ਦੀਆਂ, ਚਾਹੇ ਉਹ ਕਿਸੇ ਹੋਰ ਕਮਿਊਨਿਟੀ ਦੀਆਂ, ਉਹਦੇ ਵਿੱਚ ਇੱਕ ਜਿਹੜਾ ਡੋਮੀਨੈਂਟ ਥੀਮ ਉੱਭਰ ਕੇ ਆਉਂਦਾ, ਉਹ ਡੋਮੀਨੈਂਟ ਥੀਮ ਆਉਂਦਾ ਕਿ ਜਦੋਂ ਕੁੜੀ ਜਾਂ ਮੁੰਡਾ, ਕੁੜੀਆਂ 'ਚ ਕੁੜੀਆਂ ਦਾ ਜ਼ਿਆਦਾ ਸ਼ੋਸ਼ਣ ਹੁੰਦਾ ਮੁੰਡਿਆਂ ਨਾਲੋਂ, ਤੇ ਆਮ ਤੌਰ ਤੇ ਪੇਰੈਂਟਸ ਕੁੜੀ ਨੂੰ ਜਾਂ ਮੁੰਡੇ ਨੂੰ ਵਿਸ਼ਵਾਸ ਨਹੀਂ ਕਰਦੇ ਜਦੋਂ ਕੁੜੀ ਮੁੰਡਾ ਪੇਰੈਂਟਸ ਨੂੰ ਆ ਕੇ ਦੱਸਦਾ ਕਿ ਅੰਕਲ ਨੇ ਮੈਨੂੰ ਬੈਡ ਟੱਚ ਕੀਤਾ। ਸੋ ਪੇਰੈਂਟਸ ਜਦੋਂ ਇਸ ਚੀਜ਼ ਦਾ ਵਿਸ਼ਵਾਸ ਨਹੀਂ ਕਰਦੇ ਔਰ ਉਹਨਾਂ ਨੂੰ ਇਹ ਸਮਝ ਹੀ ਨਹੀਂ ਆਉਂਦਾ ਕਿ ਇੱਕ ਛੋਟੀ ਬੱਚੀ 10 ਸਾਲ ਦੀ ਨੂੰ ਅੰਕਲ ਕਿਉਂ ਹੱਥ ਲਾਊਗਾ, ਤੇ ਉਹ ਫਿਰ ਕੁੜੀ ਨੂੰ ਕਹਿੰਦੇ ਆ ਜਾਂ ਮੁੰਡੇ ਨੂੰ ਕਹਿੰਦੇ ਆ ਵੀ ਤੂੰ ਮਤਲਬ ਕਿ ਐਵੇਂ ਬਣਾਈ ਜਾਂਦਾ ਗੱਲਾਂ ਬਾਤਾਂ, ਇਸ ਤਰ੍ਹਾਂ ਦਾ ਤਾਂ ਹੈ ਹੀ ਨਹੀਂਗਾ ਉਹ ਸਾਡੇ ਨਾਲ, ਅਸੀਂ ਤਾਂ ਪਿਛਲੇ 20 ਸਾਲਾਂ ਤੋਂ ਉਹਨੂੰ ਜਾਣਦੇ ਆ ਜਾਂ 40 ਸਾਲਾਂ ਤੋਂ ਜਾਣਦੇ ਆ, ਤੂੰ ਹੁਣ ਅੱਜ 10 ਸਾਲ ਦੀ ਤੂੰ ਕੀ ਕਰਦੀਆਂ, ਓਕੇ ਤੇਰੇ 'ਚ ਕੋਈ ਗਲਤੀ ਹੋਊਗੀ, ਤੂੰ ਹੀ ਗਲਤ ਸਾਰਾ ਕੁਝ ਕਰਦੀਆਂ। ਇਹ ਇੱਕ ਡੋਮੀਨੈਂਟ ਥੀਮ ਇਮਰਜ ਹੋ ਕੇ ਆਉਂਦੀ ਆ ਆਪਣੇ ਲਿਟਰੇਚਰ ਦੇ ਵਿੱਚ। ਜਦੋਂ ਆਪਾਂ ਰਿਸਰਚ ਲਿਟਰੇਚਰ ਪੜ੍ਹਦੇ ਹਾਂ ਉਹਦੇ ਵਿੱਚ ਪੇਰੈਂਟਸ ਦਾ ਔਰ ਬੱਚੇ ਦਾ ਵਿਸ਼ਵਾਸ ਨਹੀਂ ਬਣਦਾ ਜਦੋਂ ਬੱਚਾ ਡਿਸਕਲੋਜ਼ ਕਰਦਾ। ਫਿਰ ਇੱਕ ਹੋਰ ਚੀਜ਼ ਮਨਦੀਪ ਜੀ ਇਹ ਆ ਕਿ ਬੱਚੇ ਦੇ ਕੋਲੇ ਵੋਕੈਬਲਰੀ ਨਹੀਂ ਹੁੰਦੀ 10 ਸਾਲ ਦੇ ਬੱਚੇ ਕੋਲੇ ਕਿ ਉਹ ਡੀਟੇਲ ਦੇ ਵਿੱਚ ਨੇਮ ਕਰੇ ਵੀ ਮੇਰੇ ਨਾਲ ਕੀ ਹੋ ਰਿਹਾ। ਤੇ ਬੱਚਾ ਇੱਥੋਂ ਤੱਕ ਹੀ ਕਹਿ ਸਕਦਾ ਵੀ ਅੰਕਲ ਨੇ ਮੈਨੂੰ ਟੱਚ ਕੀਤਾ, ਅੰਕਲ ਨੇ ਮੈਨੂੰ ਹੱਥ ਲਾਇਆ, ਅੰਕਲ ਨੇ ਮੈਨੂੰ ਚੰਗਾ ਨਹੀਂ ਲੱਗਿਆ, ਮੈਨੂੰ ਯੱਕੀ ਫੀਲ ਹੋਇਆ। ਉਹ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰਦਾ, ਉਹਦੀ ਇੰਟਰਪ੍ਰੀਟੇਸ਼ਨ ਪੇਰੈਂਟਸ ਨੂੰ ਕਰਨੀ ਪੈਂਦੀ ਆ ਵੀ ਵਾਟ ਡਜ਼ ਦੈਟ ਚਾਈਲਡ ਮੀਨ। ਹੁਣ ਜਦੋਂ ਜੇ ਕੋਈ ਪੇਰੈਂਟਸ ਇੰਨਾ ਜ਼ਿਆਦਾ ਆਪਣੇ ਰਿਲੇਟਿਵ ਤੇ ਵਿਸ਼ਵਾਸ ਕਰੀ ਬੈਠਾ, ਤੇ ਉਹ ਫਿਰ ਬੱਚੇ ਨੂੰ ਤਾਂ ਐਵੇਂ ਇੱਕ ਕਿਸਮ ਦਾ ਪਾਸੇ ਕਰ ਦਿੰਦੇ ਆ, ਇੱਕ ਕਿਸਮ ਦਾ ਐਵੇਂ ਨਜ਼ਰ ਅੰਦਾਜ਼ ਕਰ ਦਿੰਦੇ ਆ ਵੀ ਐਵੇਂ ਮਾਰਦਾ ਯਾਰ ਬੱਚਾ, ਚਲ ਕੋਈ ਨਹੀਂ, ਓਕੇ ਮੈਂ ਨਹੀਂ ਅੰਕਲ ਕੋਲੇ ਜਾਣਾ, ਓਕੇ ਚੰਗਾ ਨਾ ਜਾਈ ਅੰਕਲ ਕੋਲੇ, ਇਸ ਤਰ੍ਹਾਂ ਕਰਕੇ ਮਤਲਬ ਕਿ ਉਹ ਸਾਰ ਦਿੰਦੇ ਆ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਜਦੋਂ ਬੱਚਾ, ਅਗਰ ਆਪਾਂ ਚਾਹੁੰਦੇ ਆ ਕਿ ਮੇਰਾ ਬੱਚਾ ਮੇਰੇ ਨਾਲ ਕਲੋਜ਼ ਹੋਵੇ ਤਾਂ ਆਪਾਂ ਨੂੰ ਬੱਚੇ ਦੀ ਗੱਲ ਵੀ ਮੰਨਣੀ ਪਊਗੀ, ਜਿਹੜਾ ਕਿ ਆਪਣੇ ਕਲਚਰ ਦੇ ਵਿੱਚ ਅਸੀਂ ਆਊਟਵਰਡ ਸੈਂਟਰਡ ਕਲਚਰ ਹੋਣ ਕਰਕੇ, ਕਿਉਂਕਿ ਸਾਡਾ ਬਾਹਰੀ ਮੁਖੀ ਅਸੀਂ ਕਨਸੈਂਟਰੇਟ ਕਰਦੇ ਹਾਂ, ਸਾਨੂੰ ਦੂਸਰਿਆਂ ਤੇ ਜ਼ਿਆਦਾ ਵਿਸ਼ਵਾਸ ਹੁੰਦਾ ਆਪਣਿਆਂ ਨਾਲੋਂ। ਇਸ ਕਰਕੇ ਜਿਹੜੇ ਸਾਡਾ ਰਿਲੇਸ਼ਨਸ਼ਿਪ ਆ ਬੱਚੇ ਦਾ, ਉਹ ਪੇਰੈਂਟਸ ਦੇ ਨਾਲ ਇੰਨਾ ਡੂੰਘਾਈ ਦੇ ਵਿੱਚ ਨਹੀਂ ਵੱਜਦਾ ਕਿ ਬੱਚਾ ਆ ਕੇ ਆਪਣੇ ਮਾਂ ਜਾਂ ਫਾਦਰ ਨੂੰ ਇਹ ਕਹਿ ਦੇਵੇ, ਡੈਡ ਮਮ ਆਈ ਥਿੰਕ ਦੈਟ ਅੰਕਲ ਟੱਚਡ ਮੀ improperly, I don't want to go there, I don't want you to do anything, but I don't think that uncle is nice to me. ਇਹ ਚੀਜ਼ਾਂ ਜਿਹੜੀਆਂ ਇਹ ਇੱਕ ਬਹੁਤ ਵੱਡੀ ਲਿਟਰੇਚਰ ਦੇ ਵਿੱਚ ਪ੍ਰੋਬਲਮਸ ਆਉਂਦੀਆਂ। ਔਰ ਮੈਂ ਆਪਣੀ ਕਾਉਂਸਲਿੰਗ ਦੇ ਦੌਰਾਨ ਜਿਹੜੇ ਬੱਚਿਆਂ ਨਾਲ ਕਾਉਂਸਲਿੰਗ ਕੀਤੀ ਆ, ਜਿਨ੍ਹਾਂ ਨੇ ਓਪਨਲੀ ਡਿਕਲੇਅਰ ਕੀਤਾ ਕਿ ਵੀ ਵਰ ਸੈਕਸ਼ੂਅਲੀ ਅਬਿਊਜ਼ਡ, ਉਹਨਾਂ ਬੱਚਿਆਂ ਨਾਲ ਜਦੋਂ ਗੱਲ ਕੀਤੀ ਆ ਤਾਂ ਉਹਦੇ 'ਚ ਡੋਮੀਨੈਂਟ ਥੀਮ ਸਾਹਮਣੇ ਆਈ ਕਿ ਬੱਚਿਆਂ ਨੇ ਕਲੀਅਰਲੀ ਆਪਣੇ ਪੇਰੈਂਟਸ ਨੂੰ ਦੱਸਿਆ, ਪਰ ਪੇਰੈਂਟਸ ਨੇ ਕੋਈ ਸਟਰੋਂਗ ਸਟੈਂਡ ਨਹੀਂ ਲਿਆ।
ਉਹਨਾਂ ਪਰਪੇਟਰੇਟਰਸ ਦੇ ਖਿਲਾਫ ਜਿਨ੍ਹਾਂ ਨੇ ਇਹ ਕੰਮ ਕੀਤਾ। ਸੋ ਇਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਹਜੇ ਵੀ ਇੱਕ ਕਿਸਮ ਦਾ ਬੱਚਿਆਂ ਦਾ ਤੇ ਪੇਰੈਂਟਸ ਦਾ ਉਹਨਾਂ ਕਲੋਜ਼ ਰਿਲੇਸ਼ਨਸ਼ਿਪ ਨਹੀਂਗਾ ਕਿ ਉਹ ਸੈਕਸ ਦੇ ਉੱਤੇ ਗੱਲ ਕਰ ਸਕਣ, ਕਿਉਂਕਿ 4-5 ਸਾਲ ਤੋਂ ਹੀ ਬੱਚੇ ਦੇ ਨਾਲ ਇਹ ਗੱਲ ਕਰੋਗੇ ਤਾਂ 12-13 ਸਾਲ ਦਾ ਬੱਚਾ ਤੁਹਾਡੇ ਕਲੋਜ਼ ਹੋ ਕੇ ਤੁਹਾਨੂੰ ਕਹਿ ਸਕਦਾ ਮਮ ਔਰ ਡੈਡ ਦਿਸ ਇਜ਼ ਹਾਊ ਆਈ ਐਮ ਫੀਲਿੰਗ। ਪਰ ਆਪਣੇ ਕਿਉਂਕਿ ਗੱਲ ਹੀ ਨਹੀਂ ਕਦੇ ਹੋਈ, ਇਸ ਕਰਕੇ ਬੱਚਾ ਮਤਲਬ ਕਿ ਗੱਲ ਨਹੀਂ ਕਰਦਾ। ਸੋ ਇੱਕ ਤੁਹਾਡਾ ਕੁਐਸਚਨ ਸੀ ਕਦੋਂ ਸ਼ੁਰੂ ਕਰਨੀ ਚਾਹੀਦੀ ਆ? ਅਰਾਊਂਡ 4 years old। ਗੁੱਡ ਟੱਚ ਬੈਡ ਟੱਚ ਤੋਂ ਸ਼ੁਰੂ ਕਰ ਲਓ, ਫਿਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਉਦੋਂ ਤੁਸੀਂ ਉਹਨੂੰ ਕਰ ਸਕਦੇ ਹੋ। ਤੇ ਉਹ ਜਦੋਂ ਉਹ 10 ਸਾਲ ਦਾ ਹੁੰਦਾ ਉਦੋਂ ਤੁਸੀਂ ਉਹਨੂੰ ਦੱਸ ਸਕਦੇ ਹੋ ਵੀ ਹੁਣ ਤੁਹਾਡੇ ਮਤਲਬ ਕਿ ਹਾਰਮੋਨਲ ਚੇਂਜਸ ਆਉਣਗੀਆਂ ਤੇ ਤੁਸੀਂ ਇਸ ਤਰੀਕੇ ਨਾਲ ਫੀਲ ਕਰੋਗੇ। ਅਗਰ ਤੁਸੀਂ ਇਸ ਤਰੀਕੇ ਨਾਲ ਫੀਲ ਕਰੋਗੇ ਇਹ ਨਾਰਮਲ ਆ ਜਾਂ ਦਿਸ ਇਜ਼ ਨਾਟ ਨਾਰਮਲ, ਦਿਸ ਇਜ਼ ਹਾਊ ਯੂ ਗੋਨਾ ਡੀਲ ਵਿਦ ਯੂਰ body, this is how you're going to deal with attractions, this is how you're going to deal with your own body changes, and this is how you're going to manage, and this is how you're going to reflect on it। ਉਹ ਜਿਹੜੀ ਸਾਰੀ ਐਜੂਕੇਸ਼ਨ ਆ ਉਹ ਤਾਂ ਸ਼ੁਰੂ ਹੋਊਗੀ ਜੇ ਤੁਸੀਂ 4 ਸਾਲ ਤੋਂ ਸ਼ੁਰੂ ਕਰੋਗੇ। ਇਹ ਨਹੀਂਗਾ ਵੀ ਤੁਸੀਂ ਪਹਿਲੇ 10 ਸਾਲ ਕੁਝ ਵੀ ਨਾ ਕੀਤਾ ਤੇ 10ਵੇਂ ਸਾਲ ਬੱਚੇ ਨੂੰ ਪਕੜ ਕੇ ਬਿਠਾ ਲਿਆ ਤੇ ਉਹਨੂੰ ਕਹੋਗੇ ਵੀ ਓਕੇ ਨਾਓ I am going to talk today to you about this। ਤੇ ਉਹ ਇਟਸ ਵੈਰੀ awkward, ਤੁਹਾਡੇ ਤੋਂ ਵੀ ਨਹੀਂ ਗੱਲ ਕਰ ਹੋਣੀ ਤੇ ਬੱਚੇ ਤੋਂ ਵੀ ਨਹੀਂ ਸੁਣ ਹੋਣਾ। ਸੋ that is the kind of recommendation I'm making। It should start very young। It should start with just good touch bad touch। ਔਰ ਅੱਜ ਕੱਲ ਇੰਟਰਨੈਟ ਦੇ ਉੱਤੇ YouTube ਵੀਡੀਓਜ਼ ਬਣੀਆਂ good touch bad touch ਤੇ how do you talk to your child about good touch bad touch। ਤੇ ਉਹ ਆਪਾਂ ਲੈਪਟਾਪ ਲੈ ਕੇ ਤੇ ਉਹ ਪਲੇ ਕਰ ਸਕਦੇ ਆ ਤੇ ਉਹਨੂੰ ਦੱਸ ਸਕਦੇ ਆ ਬੇਟੇ if you find somebody touching you inappropriately and you don't feel good about it, let us know and we will deal with it, we will protect you। ਠੀਕ ਆ, that's how we do it। ਹਾਂਜੀ। ਤੇ ਦੂਸਰੀ ਜਿਹੜੀ ਤੁਹਾਡੀ ਸੀਗੀ ਗੱਲਬਾਤ ਇਹਦੇ ਮਤਲਬ ਕਿ ਕੁਝ ਬੱਚੇ ਜੇ ਆਪਣੇ ਇੱਕ ਬੱਚੇ ਤੋਂ ਜ਼ਿਆਦਾ ਆ ਆਪਣੇ ਪਰਿਵਾਰ ਦੇ ਵਿੱਚ ਵੀ ਉਹਨਾਂ ਨੂੰ ਇਕੱਠੇ ਗੱਲ ਕਰਨੀ ਚਾਹੀਦੀ ਹੈ ਸੈਪਰੇਟ, ਇਹ ਸੈਪਰੇਟ ਗੱਲ ਕਰਨੀ ਚਾਹੀਦੀ ਹੈ। ਇਟਸ ਨਾਟ ਇਹ ਆਪਾਂ ਕੋਈ ਕਲਾਸ ਨਹੀਂ ਲਗਾ ਰਹੇ ਉਹਨਾਂ ਦੀ। ਸੋ ਇਸ ਕਰਕੇ ਇਹ ਪਰਸਨਲਾਈਜ਼ਡ ਟੌਪਿਕ ਆ। ਸੋ ਇਸ ਨੂੰ ਕੁਝ ਬੱਚੇ ਬੜੇ ਇਹਨੂੰ ਈਜ਼ੀਲੀ ਲੈ ਲੈਂਦੇ ਆ, ਕੁਝ ਬੱਚੇ ਇਹਨੂੰ ਬੜੇ ਸ਼ਰਮਾਊ ਕਿਸਮ ਦੇ ਹੁੰਦੇ ਆ, ਉਹ ਇਸ ਚੀਜ਼ ਦੇ ਨਾਲ ਨਹੀਂ ਠੀਕ ਕਰਨਗੇ। ਇਸ ਕਰਕੇ ਬੈਟਰ ਆ ਕਿ ਉਹ ਆਪਾਂ ਡੀਲ ਕਰ ਲਈਏ। ਅੱਛਾ, ਇੱਕ ਇਹਦੇ ਚ ਹੋਰ ਕੰਪਲੀਕੇਸ਼ਨ ਵੀ ਹੈਗੀ ਆ ਕਿ ਕਈ ਵਾਰੀ ਆਪਣੇ ਕਲਚਰ ਦੇ ਵਿੱਚ ਜਿਹੜਾ ਫਾਦਰ ਆ ਉਹ ਮੁੰਡਿਆਂ ਨਾਲ ਗੱਲ ਕਰ ਲਵੇ ਤੇ ਜਿਹੜੀ ਮਦਰ ਆ ਉਹ ਕੁੜੀਆਂ ਨਾਲ ਗੱਲ ਕਰ ਲਵੇ। that is acceptable, that's not a problem at all। ਅਗਰ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਜਾਂ ਅਨਕੰਫਰਟੇਬਲ ਫੀਲ ਕਰਦੇ ਹੋ ਕਿ ਐਜ਼ ਅ ਫਾਦਰ ਤੁਸੀਂ ਆਪਣੀ ਡਾਟਰ ਦੇ ਨਾਲ ਨਹੀਂ ਗੱਲ ਕਰ ਸਕਦੇ, that is understandable। let your wife deal with your daughter and you deal with your son। ਬਾਹਰ ਲੈ ਜਾਓ ਤੇ ਬਾਹਰ ਜਾ ਕੇ ਬੈਠ ਕੇ ਤੇ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ, that is perfectly okay। ਸੋ ਅਗਰ ਮਤਲਬ ਕਿ if that's how you feel, ਪਰ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਜੇ ਤੁਸੀਂ ਗੱਲ ਨਾ ਕੀਤੀ ਜਾਨੀ 14 ਸਾਲ ਤੋਂ ਪਹਿਲਾਂ your child will experience enormous amount of difficulty in high school। ਤਾਂ ਅੰਕਲ ਇੱਕ ਜਿੱਦਾਂ ਮੈਂ ਸਾਡੀ ਕਮਿਊਨਿਟੀ 'ਚ ਇਹ ਵੀ ਬੜਾ ਦੇਖਿਆ ਕਿ ਕਾਫੀ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਉਹਨਾਂ ਆਪਾਂ ਪੜਦਾ ਪਾ ਦਿੰਦੇ ਵੀ ਚਲ ਮੁੰਡਾ ਆ ਮੁੰਡੇ ਨਾਲ ਗੱਲ ਕਰ ਲਓ, ਕੁੜੀਆਂ ਨੂੰ ਕੋਈ ਇੰਨਾ ਜ਼ਰੂਰੀ ਨਹੀਂ ਹੈਗਾ, ਫਿਰ ਗਲਤ ਪਾਸੇ ਦਿਮਾਗ ਜਾਊਗਾ। ਆਈ ਥਿੰਕ ਕਈ ਵਾਰੀ ਪੇਰੈਂਟਸ ਦੇ ਮਨ 'ਚ ਵੀ ਡਰ ਹੁੰਦਾ ਹੈ ਕਿ ਅਸੀਂ ਜੇ ਬੱਚਿਆਂ ਨਾਲ ਸੈਕਸ਼ੂਅਲ ਐਜੂਕੇਸ਼ਨ ਬਾਰੇ ਜਾਂ ਟੌਪਿਕਸ ਇਨ ਰਿਲੇਸ਼ਨ ਟੂ ਸੈਕਸ਼ੂਅਲ ਐਜੂਕੇਸ਼ਨ ਉਹਦੇ ਬਾਰੇ ਆਪਾਂ ਗੱਲ ਕਰ ਲਈਏ ਤਾਂ ਥੋੜਾ ਪੈਰਾਨੋਇਡ ਹੋ ਜਾਂਦੇ ਆ ਕਿ ਹੁਣ ਆਪਾਂ ਇਹਦੇ ਮਨ 'ਚ ਕਿਤੇ ਗਲਤ ਖਿਆਲ ਨਾ ਭਰ ਦਈਏ ਜਾਂ ਇਹ ਹੁਣ ਕਿਤੇ ਗਲਤ ਪਾਸੇ ਨਾ ਜਾਣ ਚੱਲ ਜਾਵੇ। ਇਹ ਚੀਜ਼ ਨੂੰ ਕਿਵੇਂ ਅਵੋਇਡ ਕਰਨਾ ਚਾਹੀਦਾ ਜਾਂ ਆਪਾਂ ਕਿਵੇਂ ਅਵੋਇਡ ਕਰ ਸਕਦੇ ਹਾਂ? ਜਾਂ ਕਈ ਵਾਰੀ ਇੱਦਾਂ ਹੁੰਦਾ ਘਰ ਦੇ ਵਿੱਚ ਅਸੀਂ ਥੋੜਾ ਫੀਲ ਕਰਦੇ ਕਿਸੇ ਬੱਚਿਆਂ ਨਾਲ ਗੱਲ ਕਰ ਸਕਦੇ ਤਾਂ ਥੋੜੇ ਬਜ਼ੁਰਗ ਹੁੰਦੇ ਆ ਉਹ ਚੀਜ਼ ਤੇ ਦਬਾਅ ਪਾਉਂਦੇ ਵੀ ਤੁਸੀਂ ਬੱਚਿਆਂ ਨੂੰ ਵਿਗਾੜਦੇ ਆ, ਜਾਂ ਇਹੋ ਜਿਹੀਆਂ ਸਿਚੁਏਸ਼ਨਸ ਨੂੰ ਆਪਾਂ ਕਿਵੇਂ ਹੈਂਡਲ ਕਰ ਸਕਦੇ ਹਾਂ ਤਾਂ ਕਿ ਬੱਚਿਆਂ ਦਾ ਸਾਡੇ ਨਾਲ ਇੱਕ ਕੌਨਫੀਡੈਂਸ ਬਿਲਡ ਹੋਵੇ ਕਿ ਬੱਚਾ ਕੰਫਰਟੇਬਲ ਫੀਲ ਕਰੇ ਕਿ ਓਕੇ ਮੇਰੇ ਆ ਕੁਐਸਚਨਸ ਆ ਜਾਂ ਮੇਰੇ ਨਾਲ ਚੀਜ਼ ਹੋਈ ਆ ਤਾਂ ਮੈਂ ਜਾ ਕੇ ਮਮ ਡੈਡ ਨੂੰ ਦੱਸਾਂ ਤਾਂ ਕਿ ਆਪਾਂ ਇਹਦੇ ਬਾਰੇ ਕੋਈ ਸੋਲੂਸ਼ਨ ਲੱਭੀਏ rather than ਤਾਂ ਕਿ ਸਾਡੇ ਤੇ ਬਲੇਮ ਪਾਇਆ ਜਾਵੇ ਵੀ ਤੂੰ ਹੀ ਕੁਛ ਕੀਤਾ ਹੋਣਾ ਆ। ਪਹਿਲੀ ਚੀਜ਼ ਤਾਂ ਮਨਦੀਪ ਜੀ ਆਪਾਂ ਨੂੰ ਇਹ ਦੇਖਣੀ ਪਊਗੀ ਕਿ ਆਪਾਂ ਹਿਸਟੋਰੀਕਲੀ ਅਗਰ ਇੰਡੀਆ 'ਚ ਦੇਖੀਏ ਹਾਂਜੀ ਤਾਂ ਕਿਉਂਕਿ
ਉਸ ਟਾਈਮ ਦੇ ਵਿੱਚ ਵੀ ਕੋਈ ਐਜੂਕੇਸ਼ਨ ਨਹੀਂ ਗਈ, ਤਾਂ ਉਸ ਟਾਈਮ ਦੇ ਵਿੱਚ ਵੀ ਕੁੜੀ ਮੁੰਡਿਆਂ ਦਾ ਆਪਸ ਵਿੱਚ ਮੇਲ ਮਿਲਾਪ ਹੁੰਦਾ ਰਿਹਾ। ਸੋ ਹੀਰ ਰਾਂਝੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਸਾਹਮਣੇ ਇਮੀਡੀਏਟਲੀ ਖਿਆਲ ਆ ਜਾਂਦਾ ਕਿ ਇੱਕ ਮੁੰਡੇ ਦਾ ਇੱਕ ਕੁੜੀ ਦੇ ਨਾਲ ਰੋਮਾਂਟਿਕ ਰਿਲੇਸ਼ਨਸ਼ਿਪ ਸੀਗਾ। ਹਾਂਜੀ। ਔਰ ਉਹਦੀਆਂ ਆਪਾਂ ਨੂੰ ਇਸ ਚੀਜ਼ ਦਾ ਪਤਾ, ਕਿਉਂਕਿ ਇਹ ਆਪਣੀ ਹਿਸਟੋਰੀਕਲੀ ਆਪਣੇ ਕਲਚਰ ਦਾ ਇੱਕ ਹਿੱਸਾ ਰਿਹਾ ਹੀਰ ਰਾਂਝੇ ਦੀਆਂ ਗੱਲਾਂ ਕਰਨੀਆਂ। ਹਾਂਜੀ। ਅੱਛਾ, ਦੂਸਰੇ ਪਾਸੇ ਆਪਾਂ ਨੂੰ ਇਹ ਵੀ ਪਤਾ ਕਿ ਅਗਰ ਆਪਾਂ ਕੋਈ ਵਧੀਆ ਜ਼ਿੰਦਗੀ ਦੇ ਵਿੱਚ ਡਿਸੀਜਨ ਕਰਨਾ, ਤਾਂ ਆਪਾਂ ਨੂੰ ਅਗਰ ਉਸ ਟੌਪਿਕ ਦੇ ਬਾਰੇ ਨੌਲੇਜ ਹੋਊਗਾ ਤਾਂ ਆਪਾਂ ਥੋੜਾ ਜਿਹਾ ਵਧੀਆ ਉਸ ਟੌਪਿਕ ਦੇ ਬਾਰੇ ਆਪਾਂ ਨਿਰਣਾ ਲੈ ਸਕਦੇ ਹਾਂ। ਸੋ ਅਗਰ ਆਪਾਂ ਫਾਈਨੈਂਸ਼ੀਅਲ ਇਨਵੈਸਟਮੈਂਟ ਕਰਨੀ ਆ, ਜਾਂ ਅਗਰ ਆਪਾਂ ਕੋਈ ਬਿਜ਼ਨਸ ਖੋਲਣਾ, ਤਾਂ ਕੀ ਆਪਾਂ ਉਹਦੇ ਬਾਰੇ ਜਾਣਕਾਰੀ ਨਹੀਂ ਲੈਂਦੇ? ਆਫ ਕੋਰਸ ਲੈਂਦੇ ਆ, ਆਪਾਂ ਉਹਦੇ ਬਾਰੇ ਵੀ ਜਾਣਕਾਰੀ ਲੈਂਦੇ ਆ। ਸੋ ਜੇ ਆਪਾਂ ਨੇ ਇੱਕ ਗ੍ਰੇਡ 8 ਚੋਂ ਗ੍ਰੇਡ 9 ਸਕੂਲ ਦੇ ਵਿੱਚ ਜਾਣਾ, ਕੀ ਆਪਾਂ ਆਪਣੇ ਬੱਚੇ ਨੂੰ ਪ੍ਰਿਪੇਅਰ ਨਹੀਂ ਕਰਨਾ? ਜਿੱਥੇ 1500 ਬੱਚਾ ਇੱਕ ਸਕੂਲ ਦੇ ਵਿੱਚ ਆ, ਅੱਧੀਆਂ ਕੁੜੀਆਂ ਅੱਧੇ ਮੁੰਡੇ ਆ, ਉੱਥੇ ਕੁੜੀਆਂ ਮੁੰਡਿਆਂ ਨੇ ਕਲਾਸ 'ਚ ਬੈਠਣਾ, ਤੇ ਉਹ ਟੀਨੇਜ ਈਅਰ 'ਚ ਜਾ ਰਹੇ ਆ ਬੱਚਾ, ਕੀ ਉਹਨੂੰ ਆਪਾਂ ਪ੍ਰਿਪੇਅਰ ਨਾ ਕਰੀਏ ਵੀ ਟੀਨੇਜਰ ਤੇ ਕਿਹੜੀਆਂ ਇਸ਼ੂਜ਼ ਸਾਹਮਣੇ ਉੱਭਰ ਕੇ ਆਉਂਦੇ ਆ? ਹਾਂਜੀ। ਸੋ ਸਾਰਿਆਂ ਨਾਲੋਂ ਪਹਿਲਾ ਇਸ਼ੂ ਤਾਂ ਰਿਲੇਸ਼ਨਸ਼ਿਪ ਦਾ ਹੀ ਆਉਂਦਾ। ਔਰ ਆਪਣੇ ਕਮਿਊਨਿਟੀ ਦੇ ਵਿੱਚ ਇਹ ਬਹੁਤ ਚੀਜ਼ ਹੁੰਦੀ ਆ ਵੀ ਕੀ ਕੁੜੀਆਂ ਮੁੰਡਿਆਂ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਯੰਗ ਏਜ 'ਚ ਹੈਗਾ ਕਿ ਨਹੀਂ। ਤੇ ਜੇ ਐਜ਼ ਏ ਪੇਰੈਂਟਸ ਆਪਾਂ ਕੰਸਰਨਡ ਆ ਬਈ ਹਾਂ ਇਹ ਬਹੁਤ ਯੰਗ ਏਜ 'ਚ ਹਜੇ ਰਿਲੇਸ਼ਨਸ਼ਿਪ, ਰੋਮਾਂਟਿਕ ਰਿਲੇਸ਼ਨਸ਼ਿਪ ਨਾ ਬਣਾਉਣ, ਤੇ ਫਿਰ ਤੁਸੀਂ ਗੱਲ ਕਿਉਂ ਨਹੀਂ ਕਰਦੇ ਬੱਚੇ ਦੇ ਨਾਲ? ਹਾਂਜੀ। ਇਹ ਤਾਂ ਹੈ ਨਹੀਂ ਗਾ ਵੀ ਤੁਸੀਂ ਗ੍ਰੇਡ 9 ਚੋਂ ਪਹਿਲੇ ਦਿਨ ਵਿਚਾਰਾ ਆਪਣੇ ਸਾਰਾ ਬੈਕਪੈਕ ਜਿਹਾ ਤਿਆਰ ਕਰਕੇ ਜਾ ਰਿਹਾ, ਤੇ ਤੁਸੀਂ ਉਹਨੂੰ ਕਹੋਗੇ ਓਕੇ ਹੁਣ ਕੁੜੀ ਨਾਲ ਗੱਲ ਨਾ ਕਰੀ, ਤੇ ਜੇ ਕੁੜੀ ਆ ਤਾਂ ਉਹਨੂੰ ਕਹਿਣੀ ਵੀ ਹੁਣ ਤੂੰ ਮੁੰਡਿਆਂ ਨਾਲ ਗੱਲ ਨਾ ਕਰੀ, ਓਕੇ। ਤੋ ਸਿਰਫ ਸਕੂਲ ਜਾਣਾ ਤੇ ਸਕੂਲ ਤੋਂ ਬਾਅਦ ਘਰ ਆ ਜਾਣਾ, ਤੇ ਆਫ ਕੋਰਸ ਉਹ ਕੁੜੀ ਮੁੰਡਾ ਕੀ ਕਹੂਗਾ? ਉਹ ਕਹੂਗਾ ਓਕੇ ਮਾਮ, ਓਕੇ ਲੈਟ ਮੀ ਗੋ ਟੂ ਸਕੂਲ, ਸਟਾਪ ਲੈਕਚਰਿੰਗ ਇਨ ਦਾ ਮਾਰਨਿੰਗ, ਇਹ ਕਹਿ ਕੇ ਉਹਨੇ ਚਲੇ ਜਾਣਾ। ਸੋ ਜੇ ਆਪਾਂ ਬੈਠ ਕੇ ਗੱਲ ਹੀ ਨਹੀਂ ਕਰਾਂਗੇ, ਆਪਣੇ ਬੱਚੇ ਨੂੰ ਮੈਂਟਲੀ ਪ੍ਰਿਪੇਅਰ ਹੀ ਨਹੀਂ ਕਰਾਂਗੇ ਉਸ ਚੀਜ਼ ਬਾਰੇ, ਤੇ ਉਹ ਤਾਂ ਫਿਰ ਗ੍ਰੈਜੂਅਲੀ ਹੋਣਾ ਚਾਹੀਦਾ ਨਾ। 4 ਸਾਲ ਦਾ, ਫਿਰ 5 ਸਾਲ ਦਾ, ਫਿਰ ਗ੍ਰੇਡ 6, 7, 8 ਬੜੇ ਕ੍ਰੂਸ਼ਲ ਈਅਰਸ ਮੰਨੇ ਜਾਂਦੇ ਆ। ਉਦੋਂ ਤੁਹਾਡੀ ਬੱਚਾ ਡਿਸਾਈਡ ਕਰਦਾ ਉਹਨੇ ਜ਼ਿੰਦਗੀ 'ਚ ਕੀ ਕਰਨਾ। ਲੇਕਿਨ ਉਦੋਂ ਆਪਾਂ ਉਹਨੂੰ ਬੱਚਾ ਕਹਿ ਕੇ ਪਾਸੇ ਕਰ ਦਿੰਦੇ ਆ ਵੀ ਇਹ ਤਾਂ ਹਜੇ ਨਿਆਣਾ, ਇਹਦੇ ਨਾਲ ਨਹੀਂ ਹਜੇ ਕੋਈ ਗੱਲ ਕਰਨ ਦੀ ਲੋੜ। ਲੇਕਿਨ ਉਦੋਂ ਹੀ ਉਹਦੇ ਫਾਰਮੇਟਿਵ ਈਅਰਸ ਹੁੰਦੇ ਆ, ਉਦੋਂ ਹੀ ਉਹਨੇ ਆਪਣੀ ਸੋਚ ਬਣਾਉਣੀ ਆ ਕਿ ਇੱਕ ਮੁੰਡਾ ਇੱਕ ਕੁੜੀ ਦੇ ਪ੍ਰਤੀ ਕਿਸ ਤਰ੍ਹਾਂ ਦਾ ਖਿਆਲ ਰੱਖੂਗਾ, ਇੱਕ ਕੁੜੀ ਇੱਕ ਮੁੰਡੇ ਦੇ ਪ੍ਰਤੀ ਕਿਸ ਤਰ੍ਹਾਂ ਦਾ ਖਿਆਲ ਰੱਖੂ। ਜੇ ਅਸੀਂ ਮੁੰਡੇ ਨੂੰ ਰਿਸਪੈਕਟ ਕਰਨੀ ਸਿਖਾਵਾਂਗੇ ਨਹੀਂ ਕੁੜੀ ਦੀ, ਤਾਂ ਫਿਰ ਵਾਕਈ ਨਹੀਂ ਰਿਸਪੈਕਟ ਕਰੂਗਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿਸ ਤਰ੍ਹਾਂ ਰਿਸਪੈਕਟ ਕਰਨੀ ਆ। ਹੁਣ ਜੇ ਆਪਾਂ ਇੰਡੀਆ 'ਚ ਦੇਖੀਏ ਤਾਂ ਕਿੰਨੇ ਜਾਣੀ ਮੁੰਡੇ ਆ ਜਿਨ੍ਹਾਂ ਨੇ ਕਦੇ ਕੁੜੀ ਦੇ ਨਾਲ ਗੱਲ ਹੀ ਨਹੀਂ ਕੀਤੀ। ਉਹਨਾਂ ਦਾ ਸਿਰਫ ਗੱਲ ਕਰਨੀ, ਕਿਉਂਕਿ ਉਹਨਾਂ ਨੂੰ ਆਂਦੀ ਨਹੀਂ, ਕਿਸੇ ਨੇ ਉਹਨਾਂ ਨੂੰ ਦੱਸਿਆ ਹੀ ਨਹੀਂ, ਉਹ ਸੀਟੀਆਂ ਹੀ ਮਾਰੀ ਜਾਂਦੇ ਆ ਕੁੜੀਆਂ ਨੂੰ। ਜੀ ਹੈ ਨਾ, ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ। ਔਰ ਮੈਂ ਮਤਲਬ ਕਿ ਤੁਹਾਨੂੰ ਇੱਕ ਜ਼ਿੰਦਗੀ ਦਾ ਤਜਰਬਾ ਦੱਸਦਾ। ਮੈਂ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਦਾ ਸੀ ਉਦੋਂ। ਉੱਥੇ ਸਾਡੇ ਨਾਲ MA ਫਾਈਨ ਆਰਟਸ ਦੀਆਂ ਕੁੜੀਆਂ ਸੀ। ਹੁਣ ਫਾਈਨ ਆਰਟਸ ਦੀ MA ਦੀਆਂ ਕੁੜੀਆਂ ਵੈਸੇ ਹੀ ਬਹੁਤ ਧੜੱਲੇਦਾਰ ਹੁੰਦੀਆਂ। ਤੇ ਇੱਕ ਵਾਰੀ ਅਸੀਂ ਕੁੜੀਆਂ ਮੁੰਡੇ ਉੱਥੇ ਖੜੇ ਬੱਸ ਲੈਣ ਵਾਸਤੇ ਚੰਡੀਗੜ੍ਹ 'ਚ, ਤੇ ਉੱਥੇ ਦੋ ਮੁੰਡੇ ਮੋਟਰਸਾਈਕਲ ਤੇ ਆਏ, ਕਹਿੰਦੇ ਕਿਉਂ ਚੱਲਣਾ? ਕੁੜੀਆਂ ਨੂੰ ਕਹਿੰਦੇ। ਤੇ ਉਹਨੇ ਕੁੜੀ ਨੇ ਕਿਹਾ ਹਾਂ ਮੈਂ ਤੇਰੇ ਨਾਲ ਚੱਲਣਾ। ਬਈ ਉਸ ਮੁੰਡੇ ਨੂੰ ਗੱਲ ਨਹੀਂ ਆਈ ਨੈਕਸਟ। ਉਹਨੂੰ ਸਿਰਫ ਇੰਨਾ ਪਤਾ ਸੀ ਵੀ ਕੁੜੀਆਂ ਨੂੰ ਛੇੜ ਕੇ ਅਸੀਂ ਲੰਘ ਜਾਾਂਗੇ, ਇਹਨਾਂ ਨੇ ਕਿਹੜਾ ਜਵਾਬ ਦੇਣਾ। ਉਹਨੇ ਕਿਹਾ ਹਾਂ ਚੱਲਣਾ, ਰੁਕ ਮੈਂ ਤੇਰੇ ਨਾਲ ਚੱਲਣਾ। ਤੇ ਉਹਦੀ ਗੱਲ ਖਤਮ ਹੋ ਗਈ। ਕਹਿੰਦੀ ਲਾ ਮੇਰੇ ਕੰਨੀ, ਤੇ ਅਸੀਂ 2-3 ਹੋਰ ਦੋਸਤ ਖੜੇ ਸੀ, ਕਹਿੰਦੀ ਲਾ ਇਹ ਕਰ ਲੋ ਗੱਲ। ਕਹਿੰਦੀ ਆ ਅੱਜ ਕੱਲ ਆਪਣੇ, ਕਹਿੰਦੀ ਇੰਡੀਅਨ ਮੁੰਡਿਆਂ ਦਾ ਕੰਮ। ਐਂਡ ਦੈਟ ਵਾਜ਼ ਮੈਨੀ ਈਅਰਸ ਅਗੋ, 1970s ਦੀ ਗੱਲ ਆ ਇਹ। ਪਰ ਕਹਿਣ ਤੋਂ ਮੇਰਾ ਭਾਵ ਆ ਕਿ ਜੇ ਅਸੀਂ ਗੱਲਾਂ ਕਰਨੀਆਂ, ਰਿਸਪੈਕਟ ਕਰਨੀ ਸਿਖਾਈ ਨਹੀਂ, ਮੁੰਡਿਆਂ ਨੂੰ ਕੁੜੀਆਂ ਦੀ ਰਿਸਪੈਕਟ ਨਹੀਂ ਕਰਨੀ ਸਿਖਾਈ, ਤੇ ਫਿਰ ਨੈਸੈਸਰੀ ਆ ਕਿ ਅਸੀਂ ਮਤਲਬ ਕਿ ਬਹੁਤ ਸਾਰੇ ਜਿਹੜੇ ਮੁੰਡੇ ਆ ਉਹ ਵਿਚਾਰੇ ਜਿੰਨਾ ਕੁ ਉਹਨਾਂ ਨੂੰ ਐਕਸਪੀਰੀਅੰਸ ਆ ਉਹ ਉਸੇ ਤਰ੍ਹਾਂ ਹੀ ਕਰਨਗੇ। ਔਰ ਹਾਈ ਸਕੂਲ ਦੇ ਵਿੱਚ ਬਹੁਤ ਸਾਰੀ ਕੰਪਲੇਨ ਆਪਣੀ ਕੁੜੀਆਂ ਦੀ, ਸਾਊਥ ਏਸ਼ੀਅਨ ਕੁੜੀਆਂ ਦੀ ਇਹ ਆ ਕਿ ਮੁੰਡੇ ਮੈਚਿਓਰ ਨਹੀਂ ਗੇ, ਮੁੰਡੇ ਇਮੈਚਿਓਰਿਟੀ ਨਾਲ ਸਾਡੇ ਨਾਲ ਡੀਲ ਕਰਦੇ ਆ।
ਹਾਂਜੀ, ਆਈ ਥਿੰਕ ਆਪਣੀ ਕਮਿਊਨਿਟੀ 'ਚ ਇਹ ਵੀ ਮੈਂ ਦੇਖਿਆ, ਔਰ ਆਪਾਂ ਕਿਸੇ ਦੇ ਉੱਤੇ ਫਿੰਗਰ ਨਹੀਂ ਪੁਆਇੰਟ ਕਰਦੇ ਬਿਕਾਜ਼ ਇਹ ਟੌਪਿਕ ਬਹੁਤ ਜ਼ਰੂਰੀ। ਆਈ ਥਿੰਕ ਕੁਝ ਗੱਲਾਂ ਜਿਹੜੀਆਂ ਇੰਪੋਰਟੈਂਟ ਉਹ ਵੀ ਕਰਨੀਆਂ ਬੜੀਆਂ ਜ਼ਰੂਰੀ ਆ। ਆਪਣੀ ਕਮਿਊਨਿਟੀ ਦੇ ਵਿੱਚ ਜਿੱਦਾਂ ਮੁੰਡਿਆਂ ਦਾ ਕੁੜੀਆਂ ਦਾ ਥੋੜਾ ਜ਼ਿਆਦਾ ਕਰਦੇ ਆ, ਪਰ ਕਈ ਵਾਰੀ ਜਦੋਂ ਕੋਈ ਗੱਲ ਹੁੰਦੀ ਆ ਉਹਦੇ ਤੇ ਰੈਦਰ ਦੈਨ ਫੋਕਸ ਕਰਨਾ, ਉਹਦਾ ਜਿੱਦਾਂ ਮਤਲਬ ਕੁਝ ਹੋਰ ਹੀ ਬਣਾ ਦਿੰਦੇ ਆ, ਜਿਵੇਂ ਵੀ ਆਹ ਚੀਜ਼ ਐਦਾਂ ਨਹੀਂ, ਐਵੇਂ ਨਹੀਂ, ਕੋਈ ਨਾ ਫੇਰ ਗੱਲ ਕਰਾਂਗੇ। ਮਤਲਬ ਜਿਹੜੀ ਇੱਕ ਗੱਲ ਆ, ਆਪਾਂ ਉਹ ਗੱਲ ਕਿਵੇਂ ਸਟਾਰਟ ਕਰੀਏ। ਜਿੱਦਾਂ ਤੁਸੀਂ ਕਨਵਰਸੇਸ਼ਨ 'ਚ ਪਹਿਲਾਂ ਕਿਹਾ ਕਿ ਕਈਆਂ ਨੂੰ ਆਉਂਦੀ ਹੋਈ ਨਹੀਂ ਗੱਲ ਕਰਨੀ। ਆਪਣੇ ਕੀ ਰਿਸੋਰਸਿਸ ਅਵੇਲੇਬਲ ਹੈਗੇ ਨੇ ਜਿਹੜੇ ਲੋਕਾਂ ਦੀ ਹੈਲਪ ਕਰ ਸਕਦੇ ਆ ਇਹਦੇ ਰਿਗਾਰਡਿੰਗ? ਸੋ ਮਨਦੀਪ ਜੀ, ਮੈਂ ਤਕਰੀਬਨ ਪਿਛਲੇ 15 ਸਾਲ ਤੋਂ ਇਹ ਵਿਸ਼ੇ ਦੀ ਖੋਜ ਕਰ ਰਿਹਾ ਹਾਂਜੀ ਕਿ ਆਪਣੇ ਪੰਜਾਬ ਦੇ ਵਿੱਚ ਆਪਣੇ ਮੁੰਡਿਆਂ ਦੀ ਇੰਨੀ ਮਾੜੀ ਹਾਲਤ ਕਿਉਂ ਆ। ਆਪਾਂ ਇਹਨੇ ਸਾਡੇ ਮੁੰਡੇ ਨਸ਼ਿਆਂ ਦੇ ਪ੍ਰਤੀ ਇੰਨਾ ਗ੍ਰੈਵਿਟੇਟ ਕਿਉਂ ਕਰ ਰਹੇ ਆ। ਹਾਂਜੀ ਔਰ ਮੈਂ ਫਿਰ ਪਿਛਲੇ ਲਾਸਟ 3 ਸਾਲਾਂ 'ਚ ਮੈਂ ਇੰਡੀਆ ਨਹੀਂ ਗਿਆ, ਲਾਸਟ 3 ਸਾਲਾਂ 'ਚ, ਲੇਕਿਨ 2000 ਤੋਂ ਲੈ ਕੇ ਤੇ 2009 ਤੋਂ ਲੈ ਕੇ ਤੇ 2015 ਤੱਕ ਐਵਰੀ ਈਅਰ ਮੈਂ ਇੰਡੀਆ ਗਿਆ। ਹਾਂਜੀ ਔਰ ਮੈਂ ਉੱਥੇ ਡਿਫਰੈਂਟ ਯੂਨੀਵਰਸਿਟੀਜ਼ ਕਾਲਜਿਸ 'ਚ ਮੇਰੇ ਲੈਕਚਰ ਹੁੰਦੇ ਸੀਗੇ ਔਨ ਪਰਸਨੈਲਿਟੀ ਡਿਵੈਲਪਮੈਂਟ। ਜੀ ਮੈਂ ਇਹ ਚੀਜ਼ ਦੇਖਣਾ ਚਾਹੁੰਦਾ ਸੀਗਾ ਵੀ ਕੁੜੀਆਂ ਮੁੰਡੇ ਕਿਵੇਂ ਫੀਲ ਕਰਦੇ ਆ। ਸੋ ਇਹ ਬੜਾ ਹੈਰਾਨੀ ਵਾਲੀ ਗੱਲ ਸੀਗੀ ਕਿ ਅਕਸਰ ਜਿੰਨੀ ਵੀ ਹਾਇਰ ਐਜੂਕੇਸ਼ਨ ਸੀ ਉਹਦੇ 'ਚ ਕੁੜੀਆਂ ਜ਼ਿਆਦਾ ਪੜ੍ਹਦੀਆਂ ਸੀ, ਮੁੰਡੇ ਘੱਟ ਸੀ। ਹਾਂਜੀ ਇਹ ਨਹੀਂ ਸੀ ਵੀ ਮੁੰਡੇ ਸੀ ਨਹੀਂ, ਮੁੰਡੇ ਸੀਗੇ, ਲੇਕਿਨ ਕੰਪੈरेटिवली ਕੁੜੀਆਂ ਹਾਇਰ ਐਜੂਕੇਸ਼ਨ 'ਚ ਜ਼ਿਆਦਾ ਸੀ ਤੇ ਮੁੰਡੇ ਘੱਟ ਸੀ। ਤੇ ਮੈਂ ਵੈਸੇ ਕੁੜੀਆਂ ਮੁੰਡਿਆਂ ਦੇ ਨਾਲ ਗੱਲ ਕਰਕੇ, ਪ੍ਰੋਫੈਸਰਾਂ ਦੇ ਨਾਲ ਗੱਲ ਕਰਕੇ, ਫੈਕਲਟੀ ਦੇ ਨਾਲ ਗੱਲ ਕਰਕੇ, ਹੋਰ ਉੱਥੋਂ ਦੇ ਪੁਲਿਸ ਆਫੀਸਰਸ ਦੇ ਨਾਲ, ਕਈਆਂ ਨਾਲ, ਉਹਨਾਂ ਨੇ ਜੋ ਕੁਝ ਮੈਨੂੰ ਦੱਸਿਆ ਉਹਦਾ 1-2-3 ਸੈਂਟੈਂਸਸ ਦੇ ਵਿੱਚ ਇਹ ਆ ਕਿ ਅਸੀਂ ਕੁੜੀਆਂ ਦੀ ਵਧੀਆ ਪਰਵਰਿਸ਼ ਕਰਦੇ ਹਾਂ, ਲੇਕਿਨ ਪੰਜਾਬੀ ਮੁੰਡਿਆਂ ਦੀ ਪਰਵਰਿਸ਼ ਵਧੀਆ ਨਹੀਂ ਕਰਦੇ। ਮੇਰੇ ਨਜ਼ਰੀਏ ਦੇ ਵਿੱਚ ਵੀ ਕੋਈ ਵੀ ਚੀਜ਼ ਤੁਹਾਡੀ ਹੁੰਦੀ ਆ ਉਹ ਤੁਹਾਡੇ ਘਰੋਂ ਸਟਾਰਟ ਹੁੰਦੀ ਆ, ਚਾਹੇ ਬੱਚੇ ਪੇਰੈਂਟਸ ਦੀ ਰਿਸਪੈਕਟ ਕਰਨ ਵੱਡਿਆਂ ਦੀ, ਜਾਂ ਕੁੜੀਆਂ ਨੂੰ ਮੁੰਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ, ਜਾਂ ਮੁੰਡਿਆਂ ਨੂੰ ਕੁੜੀਆਂ ਦੀ। ਇਹ ਚੀਜ਼ਾਂ ਘਰੇ ਸਟਾਰਟ ਹੁੰਦੀਆਂ ਆ। ਐਂਡ ਜੇ ਕਈ ਵਾਰੀ ਮੈਂ ਦੇਖਿਆ ਤੁਸੀਂ ਪੇਰੈਂਟਸ ਦੇ ਨਾਲ ਇਹਦੇ ਬਾਰੇ ਗੱਲ ਕਰਨੀ ਚਾਹੋ ਜਾਂ ਥੋੜਾ ਉਹ ਕਨਵਰਸੇਸ਼ਨ ਸਟਾਰਟ ਕਰੋ ਤਾਂ ਉਹਨੂੰ ਉੱਥੇ ਦੱਬਿਆ ਜਾਂਦਾ ਆ। ਤਾਂ ਇਹ ਚੀਜ਼ ਤੇ ਵੀ ਜੇ ਆਪਾਂ ਥੋੜਾ ਜਿਹਾ ਗੱਲ ਕਰੀਏ, ਆਈ ਥਿੰਕ ਇਹ 'ਚ ਵੀ ਕਾਫੀ ਲੋਕਾਂ ਨੂੰ ਹੈਲਪ ਮਿਲੂਗੀ, ਕਿਉਂਕਿ ਬਹੁਤ ਕਾਮਨ ਹੁੰਦਾ ਆਪਣੇ ਕਲਚਰ ਦੇ ਵਿੱਚ ਕੋਈ ਗੱਲ ਹੋਵੇ। ਫॉर ਇੰਸਟੈਂਸ ਮੈਂ ਆਪਣੇ ਮਮ ਡੈਡ ਨੂੰ ਕੋਈ ਗੱਲ ਕਵਾਂ, ਜਿਵੇਂ ਡਿਪਰੈਸ਼ਨ ਆ, ਗੂਗਲ ਸਾਡੇ ਜ਼ਮਾਨੇ 'ਚ ਤਾਂ ਹੁੰਦਾ ਨਹੀਂ ਸੀਗਾ ਹਨਾ। ਇਹ ਅੱਜ ਕੱਲ ਦੇ ਨਿਆਣਿਆਂ ਨੇ ਚੀਜ਼ਾਂ ਬਣਾਈਆਂ ਹੋਈਆਂ, ਦੇ ਡੂ ਐਗਜ਼ਿਸਟ। ਉਹ ਇੱਕ ਡਿਨਾਇਲ ਫੇਜ਼ ਦੇ ਵਿੱਚ ਨੇ, ਜਾਂ ਉਹ ਚੀਜ਼ ਨੂੰ ਦੇਖਣਾ ਨਹੀਂ ਚਾਹੁੰਦੇ, ਜਾਂ ਉਹਨਾਂ ਨੇ ਇਹਨੂੰ ਫੇਸ ਨਹੀਂ ਕੀਤਾ ਪਾਸਟ ਦੇ ਵਿੱਚ। ਉਹ ਥੋੜਾ ਅੰਡਰਸਟੈਂਡਿੰਗ ਦੇ ਵਿੱਚ ਪਤਾ ਨਹੀਂ ਇੱਕ ਬੈਰੀਅਰ ਆ, ਜਾਂ ਇੱਕ ਬੈਡਲ ਆ, ਜਾਂ ਇੱਕ ਡਰ ਆ। ਜਿਵੇਂ ਇੱਕ ਬੱਚੇ ਦੇ ਨਾਲ ਕੁਝ ਗਲਤ ਹੋਇਆ, ਕਿਵੇਂ ਉਹ ਮਾਂ ਇੱਕ ਬੱਚੇ ਦਾ ਸਾਥ ਨਹੀਂ ਦਿੰਦੀ, ਕਿਵੇਂ ਉਹ ਮਾਂ ਬੱਚੇ ਨੂੰ ਨਹੀਂ ਕਹਿੰਦੀ ਵੀ ਮੈਂ ਤੇਰੇ ਲਈ ਹੈਗੀ ਆ, ਰੈਦਰ ਦੈਨ ਲੈ ਤੂੰ ਹੀ ਇਹੋ ਜਿਹੇ ਛੋਟੇ ਜਿਹੇ ਨਿੱਕਰ ਪਾ ਕੇ ਅੰਕਲ ਦੇ ਮੋਹਰੇ ਗਈ ਹੋਣੀ ਆ, ਜਾਂ ਤੂੰ ਹੀ ਭਾਜੀ ਨੂੰ ਕੁਝ ਕੀਤਾ ਹੋਣਾ, ਵੀ ਉਹ ਤਾਂ ਕੁਝ ਨਹੀਂ ਕਰ ਸਕਦਾ। ਕਿਉਂ ਆਪਾਂ ਆਪਣੇ ਬੱਚੇ ਨੂੰ ਇੰਨਾ ਜ਼ਿਆਦਾ ਪਿਆਰ ਕਰਕੇ ਜ਼ਿੰਦਗੀ 'ਚ ਅੱਗੇ ਵਧਾਉਣ ਦੇ ਦਾਅਵੇ ਕਰਦੇ ਆ, ਉਹਨਾਂ ਤੇ ਲੱਖਾਂ ਕਰੋੜ ਐਜੂਕੇਸ਼ਨ ਤੇ ਸਪੈਂਡ ਕਰਦੇ ਆ, ਪਰ ਜਦੋਂ ਬੱਚਿਆਂ ਦੇ ਨਾਲ ਨੈਗੇਟਿਵ ਐਕਸਪੀਰੀਐਂਸਸ ਹੁੰਦੇ ਆ ਅਸੀਂ ਉਹਨਾਂ ਦੇ ਲਈ ਖੜ ਨਹੀਂ ਪਾਉਂਦੇ। ਮੇਰੀ ਨਜ਼ਰ ਦੇ ਵਿੱਚ ਤੁਸੀਂ ਜੀਂਦਿਓ ਜੀ ਤੁਸੀਂ ਬੱਚੇ ਨੂੰ ਉੱਥੇ ਮਾਰ ਦਿੰਦੇ ਆ, ਜਦੋਂ ਇੱਕ ਬੱਚੇ ਨੂੰ ਇੱਕ ਮਾਂ ਦੇ, ਫਾਦਰ ਦੇ ਸਾਥ ਦੀ ਜ਼ਰੂਰਤ ਹੁੰਦੀ ਆ, ਇਹ ਕਹਿ ਕੇ ਵੀ ਏਦਾਂ ਦਾ ਕੁਛ ਨਹੀਂ ਹੈਗਾ, ਕਿਸੇ ਨੂੰ ਦੱਸੀ ਨਾ, ਲੋਕ ਕੀ ਕਹੋਗੇ। ਲੋਕ ਕੀ ਕਹੋਗੇ? ਉਹੀ ਲੋਕ ਜੇ ਤੁਸੀਂ ਚੰਗਾ ਕਰਨਾ ਉਹਨਾਂ ਨੇ ਚੰਗਾ ਕਹਿਣਾ, ਮਾੜਾ ਕਰਨਾ ਮਾੜਾ। ਮਤਲਬ ਆਪਣੇ ਬੱਚਿਆਂ ਤੇ ਅਸੀਂ ਕਿਉਂ ਨਹੀਂ ਫੋਕਸ ਕਰਦੇ? ਬਹੁਤ ਦੁੱਖ ਹੁੰਦਾ ਮੈਨੂੰ। ਮੈਂ ਖੁਦ ਪੰਜਾਬੀ ਆ, ਮੈਂ ਆਮ ਮਦਰ, ਆਮ ਸਿੰਗਲ ਮਦਰ, ਮੇਰੀ 5 ਸਾਲ ਦੀ ਬੇਟੀ ਆ। ਕਈ ਵਾਰੀ ਸਿਚੁਏਸ਼ਨਸ ਹੁੰਦੀਆਂ ਆ ਜਦੋਂ ਈਵਨ ਕਮਿਊਨਿਟੀ 'ਚ ਤੁਸੀਂ ਬੱਚੇ ਨੂੰ ਕਿਸੇ ਤਰ੍ਹਾਂ ਸਮਝਾਉਣਾ ਆ ਜਾਂ ਪਿਆਰ ਕਰਨਾ ਆ, ਲੋਕਾਂ ਦਾ ਬੜਾ ਨੈਰੋ ਮਾਈਂਡਡ ਨਜ਼ਰੀਆ ਆ। ਐਂਡ ਇਟ ਰੀਅਲੀ ਇਟਸ ਸੋ ਸੈਡ ਬਿਕਾਜ਼ ਆਪਾਂ ਐਜ਼ ਅ ਕਮਿਊਨਿਟੀ ਕਿੰਨੀ ਅੱਗੇ ਚੱਲ ਗਏ ਆ, ਬਟ ਕਿਤੇ ਨਾ ਕਿਤੇ ਆਪਣੀ ਸੋਚ ਉੱਥੇ ਹੀ ਆ। ਤੁਸੀਂ ਬਹੁਤ ਰਿਚ ਫੈਮਲੀਜ਼ ਦੇਖ ਲਓ, ਆਪਣੇ ਪੰਜਾਬੀਆਂ ਨੇ ਕਿੰਨਾ ਨਾਮ ਕਮਾਇਆ ਆ, ਬਟ ਜਦੋਂ ਤੁਸੀਂ ਉਹਨਾਂ ਦੇ ਘਰਾਂ 'ਚ ਜਾਂਦੇ ਉਹਨਾਂ ਦੇ ਸਭ ਕੁਛ ਆ, ਬਸ ਉਹ ਇੱਕ ਪਿਆਰ, ਸਤਿਕਾਰ, ਇੱਜ਼ਤ ਹੈ ਨਹੀਂ। ਜਿੱਥੇ ਇੱਕ ਬੱਚਾ ਮਾਂ ਨੂੰ ਕਹਿੰਦਾ ਵੀ ਮੈਂ ਆਪਣੀ ਫਰੈਂਡ ਦੇ ਹਾਊਸ ਜਾਣਾ, ਮਾਂ ਨੂੰ ਇੰਨਾ ਟਰਸਟ ਨਹੀਂ ਹੈਗਾ ਕਿ ਉਹ ਆਪਣੀ ਸਹੇਲੀ ਦੇ ਘਰੇ ਵੈਸੇ ਗੁੱਡ ਟਾਈਮ ਦੇ ਲਈ ਚੱਲੀ ਆ। ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਗੰਦੀਆਂ ਗੱਲਾਂ ਕਰਨੀਆਂ ਆ ਜਾਂ ਇਹੋ ਜਿਹੇ ਕੰਮ ਕਰਨੇ ਆ। ਮਤਲਬ ਆਈ ਥਿੰਕ ਇਹ
ਬੜੀ ਸੈਡ ਗੱਲ ਆ ਐਂਡ ਆਈ ਵਾਂਟ ਕਿ ਤੁਸੀਂ ਇਹ ਚੀਜ਼ਾਂ ਤੇ ਥੋੜਾ ਵਿਊਅਰਸ ਨੂੰ ਨੌਲੇਜ ਦਿਓ ਕਿ ਇਹ ਗਲਤ ਆ। ਆਪਾਂ ਆਪਣੇ ਬੱਚਿਆਂ ਨੂੰ ਜੀਂਦਿਆਂ ਜੀ ਨਹੀਂ ਮਾਰ ਸਕਦੇ। ਅਸੀਂ ਸਾਡਾ ਫਰਜ਼ ਬਣਦਾ ਆ ਕਿ ਬੜੇ ਆਪਣੇ ਕਲਚਰ 'ਚ ਕਹਿੰਦੇ ਕਿ ਮਾਂ ਇੱਕ ਧੀ ਦਾ ਸਾਰਾ ਦੁੱਖ ਸਮਝਦੀ ਆ। ਇੱਕ ਜਿਹੜਾ ਫਾਦਰ ਆ ਉਹ ਜਿਹੜਾ ਸਨ ਆ ਉਹਦਾ ਬੈਸਟ ਫਰੈਂਡ ਹੋਣਾ ਚਾਹੀਦਾ। ਬਟ ਚਾਹੇ ਕਿੰਨੇ ਵੀ ਲੋਕ ਮਾਡਰਨ ਹੋ ਗਏ ਆ, ਇਹ ਚੀਜ਼ ਨਹੀਂ ਹੈਗੀ। ਇਸੇ ਕਰਕੇ ਮੈਂ ਦੇਖਿਆ ਕਿ ਲੋਕ ਬਾਹਰ ਜਾਂਦੇ ਆ। ਜੇ ਤੁਸੀਂ ਆਪਣੇ ਬੱਚਿਆਂ ਨੂੰ ਘਰੇ ਸਪੋਰਟ ਨਹੀਂ ਦਿੰਦੇ, ਡੈਫੀਨੇਟਲੀ ਉਹ ਬਾਹਰ ਜਾਓਗੇ। ਕਿਉਂ ਨਹੀਂ ਜਾਓਗੇ? ਫਿਰ ਆਪਾਂ ਕਹਿੰਦੇ ਆ ਵੀ ਅਸੀਂ ਸਾਰਾ ਕੁਝ ਕਮਾ ਲਿਆ, ਬਸ ਬੱਚੇ ਖੋਤੇ। ਕਿਉਂ ਖੋਤੇ? ਕਿਉਂਕਿ ਤੁਹਾਡੀ ਆਪਣੀ ਗਲਤੀ ਆ। ਬਟ ਉੱਥੇ ਪੇਰੈਂਟਸ ਗਲਤ ਨਹੀਂ ਮੰਨਦੇ। ਅਸੀਂ ਜੋ ਕੁਝ ਕੀਤਾ ਬੱਚਿਆਂ ਦੇ ਲਈ ਕੀਤਾ। ਮੈਂ ਨਹੀਂ ਕਹਿੰਦੀ ਪੇਰੈਂਟਸ ਗਲਤ ਆ, ਮੈਂ ਵੀ ਇੱਕ ਪੇਰੈਂਟ ਆ, ਮੈਂ ਵੀ ਇੱਕ ਮਦਰ ਆ। ਆਈ ਵਾਂਟ ਟੂ ਲਰਨ। ਮੈਂ ਇਹਨਾਂ ਚੀਜ਼ਾਂ ਬਾਰੇ ਸਿੱਖਣਾ ਚਾਹੁੰਦੀ ਹਾਂ ਤਾਂ ਕਿ ਕੱਲ ਨੂੰ ਮੈਂ ਆਪਣੀ ਡਾਟਰ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਕੌਨਫੀਡੈਂਸ ਬਿਲਡ ਕਰ ਸਕਾਂ ਕਿ ਆਈ ਐਮ ਯੂਰ ਬੈਸਟ ਫਰੈਂਡ। ਤੈਨੂੰ ਕਦੀ ਵੀ ਲੋੜ ਹੋਵੇ ਮੰਮਾ ਆਲਵੇਜ਼ ਖੜੀ ਆ। ਬਿਲਕੁਲ ਬਿਲਕੁਲ। ਸੋ ਤੁਸੀਂ ਕਈ ਸਾਰੀਆਂ ਮਤਲਬ ਕਿ ਗੱਲ ਕੀਤੀਆਂ। ਸੋ ਇੱਕ ਤਾਂ ਪਹਿਲਾਂ ਇਹ ਹੈਗੀ ਆ ਕਿ ਪੇਰੈਂਟਸ ਨੂੰ ਚਾਹੀਦਾ ਕਿ ਆਪਣੀ ਬੇਟੀ ਨੂੰ ਕਿਵੇਂ ਉਹ ਪਰਵਰਿਸ਼ ਕਰ ਰਹੇ ਆ ਤੇ ਆਪਣੇ ਬੇਟੇ ਨੂੰ ਕਿਵੇਂ ਪਰਵਰਿਸ਼ ਕਰ ਰਹੇ ਆ, ਉਹਨਾਂ 'ਚ ਡਬਲ ਸਟੈਂਡਰਡ ਨਾ ਕਰਨ। ਸੋ ਜੇ ਬੇਟੇ ਨੂੰ ਵੀ ਉਹਨਾਂ ਨੇ ਕੋਈ ਨਸੀਹਤ ਦੇਣੀ ਆ, ਬੇਟੀ ਨੂੰ ਵੀ ਨਸੀਹਤ ਦੇਣੀ ਆ, ਤਾਂ ਆਮ ਤੌਰ ਤੇ ਆਪਣੀ ਜਿਹੜੀ ਹੈਵੀਲੀ ਕੌਨਸਨਟ੍ਰੇਟਡ ਨਸੀਹਤ ਆ ਉਹ ਕੁੜੀ ਕੰਨੀ ਆ, ਮੁੰਡੇ ਕੰਨੀ ਕੁਛ ਨਹੀਂ। ਸੋ ਮੁੰਡੇ ਜੋ ਮਰਜ਼ੀ ਕਰ ਲੈਣ, ਜਿਵੇਂ ਮਰਜ਼ੀ ਕਰ ਲੈਣ, ਇਹ ਤਾਂ ਮੁੰਡੇ ਹੀ ਹੁੰਦੇ ਆ, ਮੁੰਡੇ ਖੁੰਡੇ ਤਾਂ ਫਿਰ ਇਹ ਕਰਦੇ ਹੀ ਹੁੰਦੇ ਆ। ਇਸ ਤਰ੍ਹਾਂ ਕਰਕੇ ਆਪਾਂ ਸਾਰ ਦਿੰਦੇ ਆ। ਉਹਦੇ ਨਾਲ ਅਲਟੀਮੇਟਲੀ ਨੁਕਸਾਨ ਆਪਾਂ ਨੂੰ ਆਪਣੀ ਕਮਿਊਨਿਟੀ 'ਚ ਹੀ ਹੁੰਦਾ, ਕਿਉਂਕਿ ਮੁੰਡਿਆਂ ਦਾ ਕੋਈ ਕਸੂਰ ਨਹੀਂ ਗਾ। ਜੇ ਮੁੰਡਿਆਂ ਨੂੰ ਤੁਸੀਂ ਕੁਝ ਸਿਖਾਇਆ ਹੀ ਨਾ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਕਿਵੇਂ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਰਿਸਪੈਕਟ ਕਰਨੀ ਚਾਹੀਦੀ ਆ ਆਪਣੇ ਪਾਰਟਨਰ ਦੀ, ਆਪਣੇ ਜੀਵਨ ਸਾਥੀ ਦੀ। ਉਹ ਰਿਸਪੈਕਟ ਕਿਵੇਂ ਹੋਊਗੀ? ਉਹ ਰਿਸਪੈਕਟ ਹੋ ਹੀ ਨਹੀਂ ਸਕਦੀ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਤੁਸੀਂ ਸਿਖਾਇਆ ਹੀ ਨਹੀਂਗਾ। ਉਹਨਾਂ ਨੂੰ ਪਤਾ ਹੀ ਨਹੀਂਗਾ ਕਿਵੇਂ ਬੋਲਣਾ, ਕਿਸ ਤਰੀਕੇ ਨਾਲ ਟਰੀਟ ਕਰਨਾ ਤੇ ਕਿਵੇਂ ਉਹਨਾਂ ਨੇ ਉਸ ਤਰੀਕੇ ਨਾਲ ਬੋਲਣਾ। ਓਕੇ, ਸੋ ਇੱਕ ਤਾਂ ਇਹ ਸੀ। ਦੂਜਾ, ਟੀਨੇਜ ਈਅਰ 'ਚ ਮਨਦੀਪ ਜੀ ਇੰਪੋਰਟੈਂਟ ਹੈਗੀ ਆ ਇਹ ਅੰਡਰਸਟੈਂਡ ਕਰਨਾ ਕਿ ਕੈਨੇਡਾ ਦੇ ਵਿੱਚ ਇੱਕ ਟੀਨੇਜਰ ਕਿਵੇਂ ਅਟਰੈਕਟ ਹੁੰਦਾ ਆਪੋਜ਼ਿਟ ਸੈਕਸ ਨਾਲ। ਮੁੰਡਾ ਕੁੜੀ ਕਨੀ ਕਿਵੇਂ ਅਟਰੈਕਟ ਹੁੰਦਾ, ਕੁੜੀ ਮੁੰਡੇ ਕਨੀ ਕਿਵੇਂ ਹੁੰਦੀ ਆ, ਤੇ ਹਾਈ ਸਕੂਲ ਦੇ ਵਿੱਚ ਇਹਨਾਂ ਦਾ ਰਿਲੇਸ਼ਨਸ਼ਿਪ ਕਿਹੜੀਆਂ ਸਟੇਜਸ ਦੇ ਵਿੱਚ ਦੀ ਨਿਕਲਦਾ ਉਹ ਆਪਾਂ ਨੂੰ ਪਤਾ ਨਹੀਂ। ਆਪਾਂ ਨੂੰ ਸੋ ਪਹਿਲੀ ਸਟੇਜ ਹੁੰਦੀ ਆ ਕਿ ਇੱਕ ਮੁੰਡਾ ਕੁੜੀ ਇੱਕ ਕਲਾਸ ਦੇ ਵਿੱਚ ਪੜ੍ਹਦੇ ਆ, ਉਹ ਜਾਂਦੇ ਆ, ਉਹ ਮਿਲਦੇ ਆ, ਉਹਨਾਂ ਦੇ ਕਈ ਅਸਾਈਨਮੈਂਟਸ ਇਕੱਠੀਆਂ ਹੁੰਦੀਆਂ, ਕਈ ਨਹੀਂ ਹੁੰਦੀਆਂ। ਸੋ ਦੇ ਸੇ ਹਾਈ ਟੂ ਈਚ ਅਦਰ। ਉਹ ਸਿਰਫ ਇੱਕ ਮੁੰਡਾ ਤੇ ਇੱਕ ਕੁੜੀ ਆ ਤੇ ਦੇ ਆਰ ਜਸਟ ਇਨ ਦਾ ਸਕੂਲ, ਨਥਿੰਗ ਐਲਸ। ਫਿਰ ਨੈਕਸਟ ਸਟੇਜ ਆਉਂਦੀ ਆ ਕਿ ਉਹ ਦੋਨੋਂ ਦੋਸਤ ਬਣਦੇ ਆ। ਹੁਣ ਉਹ ਇਕੱਠੇ ਲੰਚ ਵੀ ਕਰ ਲੈਂਦੇ ਆ। ਇੱਕ ਦੀ ਸਕੂਲ ਇੱਕ ਦੀ ਕਲਾਸ ਇੱਕ ਰੂਮ 'ਚ ਆ, ਇੱਕ ਦੀ ਕਲਾਸ ਇੱਕ ਰੂਮ 'ਚ ਆ। ਜਦੋਂ ਉਹਨਾਂ ਦੀ ਬ੍ਰੇਕ ਹੁੰਦੀ ਆ ਉਹ ਇੱਕ ਦੂਜੇ ਨੂੰ ਹਾਈ ਕਰਕੇ ਤੇ ਉਹ ਦੂਜੇ ਕਮਰਿਆਂ 'ਚ ਚਲੇ ਜਾਂਦੇ ਆ। ਇਹ ਫਰੈਂਡਸ਼ਿਪ ਲੈਵਲ ਆ ਉਹਨਾਂ ਦਾ। ਥਰਡ, ਫਿਰ ਉਹ ਇੱਕ ਫਾਰਮਲ ਸੈਰੇਮਨੀ ਕਰਦੇ ਆ ਮੁੰਡਾ ਕੁੜੀ। ਉਹਨੂੰ ਉਹ ਕਹਿੰਦੇ ਆ ਵੀ ਯੂ ਆਰ ਮਾਈ ਗਰਲ ਫਰੈਂਡ, ਤੇ ਕੁੜੀ ਕਹਿੰਦੀ ਆ ਯੂ ਆਰ ਮਾਈ ਬॉयਫ੍ਰੈਂਡ। ਇਹ ਹੁਣ ਗਰਲ ਫਰੈਂਡ ਬॉयਫ੍ਰੈਂਡ 'ਚ ਤਬਦੀਲੀ ਹੋ ਗਈ ਉਹਨਾਂ ਦੀ ਫਰੈਂਡਸ਼ਿਪ ਦੀ। ਇਹ ਥਰਡ ਸਟੇਜ ਆ। ਚੌਥੀ ਸਟੇਜ ਆ ਕਿ ਹੁਣ ਉਹ ਗਰਲ ਫਰੈਂਡ ਬॉयਫ੍ਰੈਂਡ ਤੋਂ ਕਈ ਸਾਲ ਦੇ ਬਾਅਦ ਹੁਣ ਉਹ ਕਹਿੰਦੇ ਆ ਨਾਓ ਵੀ ਆਰ ਗੋਇੰਗ ਸਟੱਡੀ। ਇਹਦਾ ਮਤਲਬ ਆ ਹੁਣ ਉਹਨੇ ਕੋਈ ਹੋਰ ਮੁੰਡੇ ਕੰਨੀ ਨਹੀਂ ਦੇਖਣਾ ਕੁੜੀ ਨੇ, ਤੇ ਮੁੰਡੇ ਨੇ ਕਿਸੇ ਹੋਰ ਕੁੜੀ ਕੰਨੀ ਨਹੀਂ ਦੇਖਣਾ, ਤੇ ਕੁੜੀ ਨੇ ਕਿਸੇ ਮੁੰਡੇ ਕੰਨੀ ਨਹੀਂ ਦੇਖਣਾ। ਉਹਨੂੰ ਕਹਿੰਦੇ ਇਹ ਗੋਇੰਗ ਸਟੱਡੀ। ਫਿਰ ਆਂਦੀ ਹੈਗੀ ਆ ਫਰਦਰ ਇੱਕ ਸਟੇਜ, ਉਹਨੂੰ ਕਹਿੰਦੇ ਆ ਵੀ ਨਾਓ ਦੇ ਆਰ ਰੋਮਾਂਟਿਕਲੀ ਇਨਵੋਲਵਡ। ਉਸ ਤੋਂ ਬਾਅਦ ਆਂਦੀ ਹੈਗੀ ਆ ਸਟੇਜ ਫਾਲਿੰਗ ਇਨ ਲਵ, ਤੇ ਉਸ ਤੋਂ ਬਾਅਦ ਆਂਦੀ ਆ ਈਦਰ ਮੈਰਿਜ ਜਾਂ ਕਾਮਨ ਲਾ ਰਿਲੇਸ਼ਨਸ਼ਿਪ। ਅੱਛਾ, ਹੁਣ ਸਾਨੂੰ ਇੰਨੀਆਂ ਸਟੇਜਾਂ ਦਾ ਪਤਾ ਹੀ ਹੈ ਨਹੀਂਗਾ। ਅਸੀਂ ਜਦੋਂ ਕੁੜੀ ਨੂੰ ਮੁੰਡੇ ਨਾਲ ਦੇਖਦੇ ਹਾਂ ਤੇ ਅਸੀਂ ਸਿੱਧਾ ਹੀ ਸੋਚਦੇ ਹਾਂ ਵੀ ਲੈ ਇਹ ਤਾਂ ਹੁਣ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਆ। ਤੇ ਉਹ ਬੱਚੇ ਬੜੇ ਪਰੇਸ਼ਾਨ ਹੋ ਜਾਂਦੇ ਆ ਵੀ ਤੁਸੀਂ ਗੱਲਾਂ ਕੀ ਕਰਦੇ ਹੋ, ਅਸੀਂ ਤਾਂ ਹਜੇ ਫਰੈਂਡਸ਼ਿਪ ਵੀ ਨਹੀਂ ਡਿਕਲੇਅਰ ਕੀਤੀ ਇੱਕ ਦੂਜੇ ਨਾਲ, ਅਸੀਂ ਤਾਂ ਇਹ ਤਾਂ ਸਕੂਲ ਦੀ ਕੁੜੀ ਆ। ਸਾਡੇ ਕਿਉਂਕਿ ਸਾਨੂੰ ਇਸ ਰਿਲੇਸ਼ਨ 'ਚ ਆ ਸਟੇਜਸ ਦਾ ਨਹੀਂ ਪਤਾ ਵੀ ਕੈਨੇਡਾ ਦੇ ਵਿੱਚ ਕੁੜੀਆਂ ਮੁੰਡੇ ਦੇ ਰਿਲੇਸ਼ਨਸ਼ਿਪ ਦੀਆਂ ਸਟੇਜਸ ਕੀ ਆ।
ਤੇ ਅਸੀਂ ਮਤਲਬ ਕਿ ਕਮਲੇ ਹੋਏ ਫਿਰਦੇ ਹਾਂ ਕਿਉਂਕਿ ਸਾਡੇ ਕੋਲੇ ਨੌਲੇਜ ਹੀ ਹੈ ਨਹੀਂ ਕਿ ਸਿੱਖਣ ਦੀ। ਸੋ ਪੇਰੈਂਟਸ ਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਇੱਥੇ ਕੈਨੇਡਾ ਦੇ ਵਿੱਚ ਇਹ ਸਟੇਜਿਸ ਕਿਹੜੀਆਂ ਜਿਹਦੇ ਵਿੱਚ ਦੀ ਗੁਜ਼ਰਦਾ ਇੱਕ ਬੱਚਾ, ਉਹ ਸਟੇਜਿਸ ਦਾ ਨੌਲੇਜ ਹੋਣੀ ਆ। ਹੁਣ ਗੋਰਿਆਂ ਦਾ ਕਲਚਰ ਆ, ਗੋਰਿਆਂ ਦੀਆਂ ਨੂੰ ਐਗਜ਼ੈਕਟਲੀ ਪਤਾ, ਜਦੋਂ ਕਿਸੇ ਕੁੜੀ ਜਾਨੀ ਸਟੈਡੀ ਰਿਲੇਸ਼ਨਸ਼ਿਪ ਚ ਉਹਦਾ ਰਿਲੇਸ਼ਨਸ਼ਿਪ ਟੁੱਟ ਜਾਂਦਾ ਤੇ ਉਹ ਮਾਂ ਨੂੰ ਕਹਿੰਦੀ ਆ ਵੀ ਨੋ ਹੀ ਚੀਟਡ ਔਨ ਮੀ, ਹੀ ਵਾਸ ਨੋ ਗੋਇੰਗ ਆਊਟ ਵਿਦ ਸਮ ਅਦਰ ਗਰਲ, ਆਮ ਗੋਨਾ ਬ੍ਰੇਕ ਅਪ ਵਿਦ ਹਿਮ। ਮਾਂ ਨੂੰ ਐਗਜ਼ੈਕਟਲੀ ਪਤਾ ਵੀ ਉਹਨੇ ਆਪਣੀ ਧੀ ਨੂੰ ਕਿਵੇਂ ਸਪੋਰਟ ਕਰਨਾ। ਤੇ ਉਧਰੋਂ ਮੁੰਡੇ ਨੂੰ ਵੀ ਜੇ ਉਹਦੀ ਮੁੰਡੇ ਦੀ ਮਾਂ ਨੂੰ ਪਤਾ ਲੱਗ ਜਾਂਦਾ, ਉਹ ਕਹਿੰਦੀ ਆ ਆਰ ਯੂ ਸਟੂਪਿਡ, ਹਾਊ ਕਮ ਯੂ ਆਰ ਚੀਟਿੰਗ ਔਨ ਹਰ, ਆਈ ਥੌਟ ਦੈਟ ਯੂ ਆਰ ਗੋਇੰਗ ਸਟੱਡੀ, ਵਾਟ ਡਜ਼ ਇਟ ਮੀਨ ਟੂ ਯੂ, ਵਾਈ ਆਰ ਯੂ ਡੂਇੰਗ ਦਿਸ। ਤੇ ਉਹ ਲੜਦੀ ਆ ਮੁੰਡੇ ਦੀ ਮਾਂ। ਹੁਣ ਆਪਣੇ ਤਾਂ ਇਹ ਹੈ ਹੀ ਨਹੀਂਗਾ, ਆਪਣੇ ਤਾਂ ਰਿਲੇਸ਼ਨਸ਼ਿਪ ਤਾਂ ਆਪਾਂ ਨੂੰ ਪਤਾ ਹੀ ਨਹੀਂਗਾ ਵੀ ਕਿਵੇਂ, ਵਾਟ ਡਜ਼ ਇਟ ਮੀਨ ਗੋਇੰਗ ਸਟੱਡੀ। ਇਸ ਕਰਕੇ ਆਪਣੀਆਂ ਕੁੜੀਆਂ ਜ਼ਿਆਦੇ ਪ੍ਰੋਬਲਮ ਚ ਆਉਂਦੀਆਂ ਕਿਉਂਕਿ ਉਹ ਘਰ ਆ ਕੇ ਦੱਸ ਹੀ ਨਹੀਂ ਸਕਦੀਆਂ ਵੀ ਆਈ ਵਾਸ ਗੋਇੰਗ ਸਟੱਡੀ। ਉਹ ਕਹਿਣਗੇ ਤੂੰ ਕਿਉਂ ਗਈ ਸੀ, ਤੈਨੂੰ ਕਿਹਾ ਕੀ ਨਹੀਂ ਸੀ। ਸੋ ਉਸ ਸੈਂਸ ਦੇ ਵਿੱਚ ਬਹੁਤੀ ਜਿਹੜੀ ਆਪਣੀ ਹਾਈ ਸਕੂਲ ਚ ਜਿਹੜੀਆਂ ਆਪਣੇ ਮੁੰਡਿਆਂ ਦੀ ਪਰਫਾਰਮੈਂਸ ਨਹੀਂ ਗੀ, ਕੁੜੀਆਂ ਦੀ ਪਰਫਾਰਮੈਂਸ ਨਹੀਂ ਗੀ, ਮੁੰਡੇ ਕੁੜੀਆਂ ਉਹਨਾਂ ਵਧੀਆ ਐਕਸੈਲ ਨਹੀਂ ਕਰਦੇ, ਉਹਨਾਂ ਦੀ ਡਿਸੀਜਨ ਮੇਕਿੰਗ ਨਹੀਂ, ਉਹ ਡਿਪਰੈਸਡ ਹੋ ਜਾਂਦੇ ਆ ਹਾਈ ਸਕੂਲ 'ਚ, ਉਹ ਯੂਨੀਵਰਸਿਟੀ ਚਲੇ ਜਾਂਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ। ਉਹ ਇਸ ਕਰਕੇ ਆ ਕਿਉਂਕਿ ਉਹਨਾਂ ਦੇ ਬਹੁਤਾ ਜ਼ਿਆਦਾ ਟਾਈਮ ਰਿਲੇਸ਼ਨਸ਼ਿਪ ਦੇ ਵਿੱਚ ਨਿਕਲ ਜਾਂਦਾ, ਔਰ ਉਹ ਵੀ ਰਿਲੇਸ਼ਨਸ਼ਿਪ ਨੂੰ ਲੁਕੋ ਕੇ ਰੱਖਣ ਦੇ ਵਿੱਚ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ। ਕਿਉਂਕਿ ਜੇ ਉਹ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਵੀ ਜੇ ਮੈਨੂੰ ਕਿਸੇ ਅੰਕਲ ਨੇ ਆਂਟੀ ਨੇ ਦੇਖ ਲਿਆ, ਸ਼ਾਮ ਨੂੰ ਘਰ ਫੋਨ ਕਰ ਦੂਗੀ ਵੀ ਤੁਹਾਡਾ ਮੁੰਡਾ ਉੱਥੇ ਰੈਸਟੋਰੈਂਟ 'ਚ ਬੈਠਾ ਸੀਗਾ ਕੁੜੀ ਨੂੰ ਲੈ ਕੇ, ਸਾਂਭ ਲਓ ਜੇ ਸੰਭਾਲ ਹੁੰਦਾ ਤਾਂ। ਤੇ ਆ ਜਿਹੜੀ ਪ੍ਰੋਬਲਮ ਆ ਇਹ ਬੜੀ ਰੀਅਲ ਆ ਇਹ ਆਪਣੇ ਤੋਂ। ਇਸ ਕਰਕੇ ਆਪਾਂ ਨੂੰ ਇਹ ਜਿਹੜਾ ਟੌਪਿਕ ਅੱਜ ਦਾ ਹੈਗਾ ਉਹਦੇ 'ਚ ਬੇਸਿਕਲੀ ਤੁਸੀਂ ਸੈਕਸ਼ੂਅਲ ਐਜੂਕੇਸ਼ਨ ਦੇਣੀ ਕੀ ਆ, ਉਹਦੇ 'ਚ ਸਿਰਫ ਸੈਕਸ ਐਜੂਕੇਸ਼ਨ ਨਹੀਂ, ਤੁਸੀਂ ਜ਼ਿੰਦਗੀ ਦੇ ਹਰ ਇੱਕ ਕੋਨੇ ਪ੍ਰਤੀ ਤੁਸੀਂ ਬੱਚੇ ਨੂੰ ਐਜੂਕੇਟ ਕਰ ਸਕਦੇ ਹੋ। ਹਾਂਜੀ ਬਈ ਤੁਸੀਂ ਮਤਲਬ ਕਿ ਇੱਕ ਦਿਨ ਤਾਂ ਤੁਸੀਂ ਕਹਿ ਕੁੜੀ ਮੁੰਡੇ ਨੇ ਵਿਆਹ ਕਰਾਣਾ ਹੀ ਆ, ਇੱਕ ਦਿਨ ਤਾਂ ਕਰਾਣਗੇ ਹੀ ਨਾ ਉਹ ਵਿਆਹ, ਤੇ ਉਸ ਵਾਸਤੇ ਕੋਈ ਬੇਬੀ ਸਟੈਪਸ ਤਾਂ ਉਹਨਾਂ ਨੂੰ ਲੈਣੇ ਪੈਣਗੇ ਨਾ। ਇਹ ਤਾਂ ਹੈ ਨਹੀਂਗਾ ਵੀ ਜਦੋਂ ਬੱਚਾ 27 ਸਾਲ ਦਾ ਹੋ ਗਿਆ ਤੇ ਕੁੜੀ ਨੂੰ ਤੁਸੀਂ ਕਹੋਗੇ ਵੀ ਤੇਰੇ ਕੋਲ ਕੋਈ ਮੁੰਡਾ, ਉਹ ਕਹਿਣਗੇ ਤੁਸੀਂ ਮੈਨੂੰ ਤਾਂ ਡੇਟਿੰਗ ਤਾਂ ਕਰਨੀ ਨਹੀਂ ਦਿੱਤੀ, ਮੁੰਡਾ ਕਿੱਥੋਂ ਆ ਜਾਊਗਾ ਮੇਰੇ ਕੋਲੇ। ਤੇ ਉਹ ਕਹਿੰਦੇ ਚੰਗਾ ਫਿਰ ਲੈ ਲਾ। ਉਹ ਕਹਿੰਦੀ ਸੌਰੀ ਹੁਣ ਨਹੀਂ ਮੇਰੇ ਤੋਂ ਮੈਨੂੰ ਮੁੰਡਾ ਮਿਲਣਾ, ਕਿਉਂਕਿ ਸਾਰੇ ਮੇਰੇ ਜਿਹੜੇ ਫਰੈਂਡਸ ਆ ਉਹ ਸਾਰੇ ਆਪਣੇ ਆਪਣੇ ਸੈੱਟ ਹੋ ਗਏ, ਤੁਸੀਂ ਤਾਂ ਮੈਨੂੰ ਜਾਣ ਹੀ ਨਹੀਂ ਸੀ ਦਿੱਤਾ। ਸੋ ਨਾਓ ਫਿਰ ਉਹਨਾਂ ਕੋਲੇ ਹੋਰ ਕੋਈ ਆਪਸ਼ਨ ਹੀ ਨਹੀਂ ਰਹਿੰਦੀ। ਫਿਰ ਉਹ ਜਾਂ ਤਾਂ ਉਹ ਜਿਹੜੀਆਂ ਅੱਜ ਕੱਲ੍ਹ ਸਾਈਟਸ ਬਣੀਆਂ shaadi.com ਵਗੈਰਾ ਉਹਦੇ ਤੇ ਮਿਲਦੇ ਆ, ਤੇ ਜਾਂ ਫਿਰ ਉਹਨਾਂ ਦੇ ਕੋਲੇ ਫਿਰ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਏਜ ਜ਼ਿਆਦਾ ਹੋ ਜਾਂਦੀ ਆ। ਐਂਡ ਦੈਟਸ ਵੇਅਰ ਐਜ਼ ਅ ਰਿਜ਼ਲਟ ਵੀ ਆਰ ਐਕਸਪੀਰੀਐਂਸਿੰਗ enormous amount of difficulty around this whole topic। ਬੱਚਿਆਂ ਦਾ ਪਤਾ ਨਾ ਹੋਣਾ, ਸੈਕਸ ਐਜੂਕੇਸ਼ਨ ਬਾਰੇ ਨਾ ਪਤਾ ਹੋਣਾ, ਰੋਮਾਂਟਿਕ ਰਿਲੇਸ਼ਨਸ਼ਿਪ ਬਾਰੇ ਨਾ ਪਤਾ ਹੋਣਾ, ਆਪਣੇ ਬੋਡੀ ਪ੍ਰਤੀ ਨਾ ਸੁਚੇਤ ਹੋਣਾ, ਇਹ ਜਾਨੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। And that's why this is happening, and we need to really look at how we are going to educate the community around these topics। ਅੰਕਲ ਜੇ ਆਪਾਂ ਐਜੂਕੇਸ਼ਨ ਦੇ ਬਾਰੇ ਗੱਲ ਕਰੀਏ, ਡੈਫੀਨਿਟਲੀ ਤੁਹਾਡੀ ਜਿਹੜੀ ਟੀਮ ਹੈ ਉਹ ਬਹੁਤ ਹਾਰਡ ਵਰਕ ਕਰਦੇ ਆ ਕਮਿਊਨਿਟੀ ਨੂੰ ਇਹ ਸਰਵਿਸਿਜ਼ ਦੇਣ ਦੇ ਲਈ, ਬਟ ਕਿਹੋ ਜਿਹੀਆਂ ਰਿਸੋਰਸਿਸ ਅਵੇਲੇਬਲ ਹੈਗੀਆਂ ਜਾਂ ਬਾਹਰ ਜਿਹੜੀਆਂ ਆਪਾਂ ਯੂਜ਼ ਕਰ ਸਕਦੇ ਆ, ਚਾਹੇ ਇੰਟਰਨੈਟ ਹੋ ਗਿਆ ਜਾਂ ਡੈਫੀਨਿਟਲੀ ਤੁਹਾਡੀ ਟੀਮ ਜਿਹੜੀ ਆ ਉਹ ਸਰਵਿਸਿਜ਼ ਆਫਰ ਕਰਦੀ ਆ। what is ਤੁਸੀਂ ਪੇਰੈਂਟਸ ਨੂੰ ਕੀ ਐਡਵਾਈਸ ਦਓਗੇ ਵੀ ਕਿਵੇਂ ਤੁਸੀਂ ਬੱਚੇ ਦੀ ਹੈਲਪ ਕਰਨੇ ਤੋਂ ਪਹਿਲਾਂ ਆਪਣੇ ਆਪ ਨੂੰ ਸੈੱਟ ਕਰਨਾ ਤਾਂ ਕਿ ਤੁਸੀਂ ਬੱਚੇ ਦੇ ਨਾਲ ਰਾਈਟ ਕਨਵਰਸੇਸ਼ਨ ਕਰ ਸਕੋ? ਜਿਵੇਂ ਤੁਸੀਂ ਕਿਹਾ ਕਿ ਮੈਂ ਖੁਦ ਦੇਖਿਆ ਆ ਕਈ ਪੇਰੈਂਟਸ ਬਹੁਤ ਸਟਰਗਲ ਕਰਦੇ ਆ ਬੱਚਿਆਂ ਦੇ ਨਾਲ, ਸਪੈਸ਼ਲੀ ਜਦੋਂ ਟੀਨੇਜ ਈਅਰਸ ਆਉਂਦੇ ਆ, ਫਿਰ ਕਦੀ ਉਹਨੂੰ ਪੁੱਛਦੇ ਆ ਕਦੀ ਉਹਨੂੰ ਪੁੱਛਦੇ, ਕਿਉਂਕਿ ਉਹਨਾਂ ਨੂੰ ਖੁਦ ਹੀ ਨਹੀਂ ਪਤਾ। ਪੇਰੈਂਟਸ ਕਿਹੜੇ ਸਟੈਪਸ ਲੈ ਸਕਦੇ ਆ ਉਹ ਕੌਨਫੀਡੈਂਸ ਬਿਲਡ ਕਰਨੇ ਦੇ ਲਈ ਆਪਣੇ ਆਪ 'ਚ? ਜੀ ਓਕੇ, ਸੋ ਹੁਣ ਆਪਾਂ ਐਜੂਕੇਸ਼ਨ ਕਿੱਥੋਂ ਲੈ ਸਕਦੇ ਹਾਂ? ਹਾਂਜੀ, ਸੋ ਆਪਾਂ ਦੋ ਤਿੰਨ ਤਰੀਕੇ ਤੋਂ ਐਜੂਕੇਸ਼ਨ ਲੈ ਸਕਦੇ ਹਾਂ। ਇੱਕ ਤਾਂ ਲੈ ਸਕਦੇ ਹਾਂ ਜਿਹੜਾ ਪਬਲਿਕ ਹੈਲਥ ਡਿਪਾਰਟਮੈਂਟ ਹੁੰਦਾ ਜੀ, ਕਿਉਂਕਿ ਆਪਾਂ ਪੀਲ ਦੇ ਵਿੱਚ ਹੈਗੇ ਆ ਜਾਂ ਟੋਰਾਂਟੋ ਦੇ ਵਿੱਚ ਹੈਗੇ ਆ ਤੇ ਆਪਣੇ ਪਬਲਿਕ ਹੈਲਥ ਡਿਪਾਰਟਮੈਂਟ ਆ, ਪੀਲ ਪਬਲਿਕ ਹੈਲਥ ਆ, ਟੋਰਾਂਟੋ ਪਬਲਿਕ ਹੈਲਥ ਆ ਜੀ। ਇਹਨਾਂ ਦੇ ਅਗਰ ਤੁਸੀਂ ਸੈਂਟਰਲ ਲਾਈਨ ਤੇ ਫੋਨ ਕਰੋ ਤੇ ਉਹਨਾਂ ਨੂੰ ਕਹੋ ਵੀ ਮੈਂ ਇੱਕ ਟੀਨੇਜਰ ਦਾ ਪੇਰੈਂਟ ਆ ਤੇ ਮੈਨੂੰ ਪਲੀਜ਼ ਇੱਕ ਨਰਸ ਦਿਓ ਜਿਹੜੀ ਮੈਨੂੰ ਐਜੂਕੇਟ ਕਰੇ ਕਿ ਮੈਂ ਆਪਣੇ ਬੱਚੇ ਨੂੰ ਸੈਕਸ ਐਜੂਕੇਸ਼ਨ ਬਾਰੇ ਕਿਵੇਂ ਐਜੂਕੇਟ ਕਰਾਂ ਜੀ। ਅਗਰ ਆਪਾਂ ਪੀਲ ਪਬਲਿਕ ਹੈਲਥ ਦੀ ਵੈਬਸਾਈਟ ਤੇ ਜਾਂਦੇ ਆ
ਜਾਂ ਟੋਰਾਂਟੋ ਪਬਲਿਕ ਹੈਲਥ ਦੀ ਵੈਬਸਾਈਟ ਤੇ ਜਾਂਦੇ ਆ, ਉੱਥੇ ਵੀ ਪੇਰੈਂਟਿੰਗ ਕੋਰਸਿਸ ਆਉਂਦੇ ਆ, ਹਾਊ ਟੂ ਟਾਕ ਟੂ ਯਰ ਚਾਈਲਡ ਅਬਾਊਟ ਸੈਕਸ ਐਜੂਕੇਸ਼ਨ। ਜੀ, ਇੱਕ ਇਹ ਆ। ਨੰਬਰ 2, ਜੇ ਆਪਾਂ ਸਕੂਲ ਸਿਸਟਮ 'ਚ ਜਾਈਏ, ਜਿਹੜੇ ਸਕੂਲ 'ਚ ਤੁਹਾਡਾ ਬੱਚਾ ਜਾਂਦਾ, ਉਹਨਾਂ ਤੇ ਵਾਈਸ ਪ੍ਰਿੰਸੀਪਲ ਨੂੰ ਨਹੀਂ, ਤੁਸੀਂ ਆਪਣੇ ਬੱਚੇ ਦਾ ਨਾਂ ਦੱਸੋਗੇ ਤਾਂ ਉਹ ਸਕੂਲ ਵਾਲੇ ਤੁਹਾਨੂੰ ਕਹਿਣਗੇ ਵੀ ਤੁਹਾਡਾ ਬੱਚੇ ਦਾ ਵਾਈਸ ਪ੍ਰਿੰਸੀਪਲ ਆਹਾ। ਵਾਈਸ ਪ੍ਰਿੰਸੀਪਲ ਦੇ ਨਾਲ ਤੁਸੀਂ ਗੱਲ ਕਰਕੇ ਰਿਸੋਰਸਿਸ ਲੈ ਸਕਦੇ ਹੋ ਸਕੂਲ ਤੋਂ। ਠੀਕ ਆ। ਵੀ ਮੈਂ ਆਪਣੇ ਬੱਚੇ ਦੇ ਨਾਲ ਸੈਕਸ ਐਜੂਕੇਸ਼ਨ ਬਾਰੇ ਗੱਲ ਕਰਨੀ ਆ, ਤੁਸੀਂ ਵੀ ਇਹਦੇ ਨਾਲ ਗੱਲ ਕਰੋ, ਮੈਂ ਵੀ ਗੱਲ ਕਰਦਾ, ਮੈਨੂੰ ਰਿਸੋਰਸਿਸ ਦਿਓ ਤਾਂ ਕਿ ਮੈਂ ਪੜ੍ਹ ਕੇ ਤੇ ਇਹਨੂੰ ਏਜ ਅਪਰੋਪਰੀਏਟ ਇਹਨੂੰ ਦੱਸਦਾ, ਉਹ ਤੁਹਾਨੂੰ ਏਜ ਅਪਰੋਪਰੀਏਟ ਰਿਸੋਰਸਿਸ ਦੇ ਦੇਣਗੇ। ਠੀਕ ਆ। ਥਰਡ, ਤੁਸੀਂ ਗੱਲ ਕਰ ਸਕਦੇ ਹੋ ਆਪਣੀ ਫੈਮਿਲੀ ਡਾਕਟਰ ਨਾਲ। ਹਾਂਜੀ, ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਕਹੋ ਵੀ ਤੂੰ ਮੇਰੇ ਬੱਚੇ ਦੇ ਨਾਲ ਗੱਲ ਕਰ ਜੀ, ਸੈਕਸ ਐਜੂਕੇਸ਼ਨ ਬਾਰੇ ਐਜ਼ ਅ ਮੈਡੀਕਲ ਡਾਕਟਰ। ਉਹ ਮੈਡੀਕਲ ਪੁਆਇੰਟ ਆਫ ਵਿਊ ਨਾਲ ਉਹਦੇ ਨਾਲ ਗੱਲ ਕਰ ਸਕਦਾ, ਕੁੜੀ ਨਾਲ ਵੀ ਮੁੰਡੇ ਨਾਲ ਵੀ, ਬਿਕਾਜ਼ ਹੀ ਇਜ਼ ਅ ਮੈਡੀਕਲ ਪ੍ਰੋਫੈਸ਼ਨਲ। ਫਿਰ ਇੱਕ ਹੋਰ ਰਿਸੋਰਸਿਸ ਹੈਗਾ ਮੈਡੀਕਲ ਡਾਕਟਰ ਤੋਂ ਇਲਾਵਾ ਕਿ ਆਪਾਂ ਪੇਰੈਂਟਲ ਐਜੂਕੇਸ਼ਨ ਲੈ ਸਕਦੇ ਹਾਂ YouTube ਵੀਡੀਓਜ਼ ਤੋਂ। ਜਿਵੇਂ ਹੁਣ ਅਗਰ ਤੁਹਾਡੀ ਵੀਡੀਓ ਕਿਸੇ ਕੋਲੇ ਆਵੇ ਔਰ ਉਹ ਆਪਾਂ ਨੂੰ ਡਿਸਕਸ਼ਨ ਕਰਦਾ ਸੁਣੇ, ਉਹ ਕਵੇ ਯਾਰ ਆਹ ਤਾਂ ਗੱਲ ਬਣ ਗਈ, ਮੈਨੂੰ ਰਿਸੋਰਸਿਸ ਮਿਲ ਗਏ ਤੇ ਮੈਂ ਹੁਣ ਹੋਰ ਲੱਭਦਾ ਕਿੱਥੋਂ ਰਿਸੋਰਸਿਸ ਮਿਲੇ। ਜਿਹੜਾ YouTube ਆ ਉਹਦੇ ਤੇ ਅਗਰ ਤੁਸੀਂ ਪਾਓਗੇ ਸੈਕਸ ਐਜੂਕੇਸ਼ਨ ਫਾਰ ਪੇਰੈਂਟਸ ਤਾਂ ਕਈ ਸਾਰੀਆਂ YouTube ਤੇ ਵੀਡੀਓਜ਼ ਆ ਜਾਣਗੀਆਂ, ਜਿਹੜੀਆਂ ਇੰਡੀਆ ਪਾਕਿਸਤਾਨ 'ਚ ਵੀ ਹੈਗੀਆਂ, ਆਪਣੀਆਂ ਇੱਥੇ ਅੰਗਰੇਜ਼ੀ 'ਚ ਵੀ ਹੈਗੀਆਂ, ਜਿਹੜੀਆਂ ਆਪਾਂ ਨੂੰ ਦੱਸ ਸਕਦੀਆਂ ਕਿ ਉਮਰ ਦੇ ਹਿਸਾਬ ਨਾਲ ਬੱਚੇ ਦੇ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ ਔਰ ਕਿਹੜੇ ਟੌਪਿਕ ਤੇ ਗੱਲ ਕਰਨੀ ਚਾਹੀਦੀ ਆ। ਸੋ ਰਿਸੋਰਸਿਸ ਬਹੁਤ ਆ, ਰਿਸੋਰਸਿਸ ਦਾ ਘਾਟਾ ਨਹੀਂ, ਘਾਟਾ ਹੈਗਾ ਕਿ ਪੇਰੈਂਟਸ ਨੂੰ ਮਿਹਨਤ ਕਰਨੀ ਪਊਗੀ ਆਪਣੇ ਆਪ ਨੂੰ ਐਜੂਕੇਟ ਕਰਨ ਵਾਸਤੇ, ਉਮਰ ਦੇ ਹਿਸਾਬ ਨਾਲ ਅਸੀਂ ਬੱਚੇ ਨਾਲ ਕਿਹੜਾ ਟੌਪਿਕ ਛੇੜੀਏ ਤੇ ਕਿਵੇਂ ਗੱਲ ਕਰੀਏ। That is important. Okay. So ਇਸ ਤਰ੍ਹਾਂ ਕਰਕੇ ਮੇਰਾ ਖਿਆਲ 'ਚ this is one of the ways to get it done. ਠੀਕ ਆ। ਤੋ ਅੰਕਲ ਜੀ, ਜੇ ਮੈਂ ਤੁਹਾਨੂੰ ਕਹਾਂ ਕੁਝ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਵਿਊਅਰਸ ਨੂੰ ਥੋੜਾ ਐਡਵਾਈਸ ਦਿਓ, ਜਾਂ ਤੁਹਾਡੇ ਕੋਲ ਜਿੱਦਾਂ ਕਹਿੰਦੇ ਹੁੰਦੇ ਲਾਸਟ 3 ਸੈਂਟੈਂਸਸ ਦੇ ਵਿੱਚ ਜੇ ਤੁਸੀਂ ਸੈਕਸ਼ੂਅਲ ਐਜੂਕੇਸ਼ਨ ਬਾਰੇ ਪੇਰੈਂਟਸ ਨੂੰ ਕੁਝ ਕਹਿਣਾ ਚਾਹੋ, ਤੁਸੀਂ ਕੀ ਕਹੋਗੇ? ਤੁਸੀਂ ਉਹਨਾਂ ਨੂੰ what are some things you have to say about sexual education within the brown community? ਸੋ ਪਹਿਲੀ ਚੀਜ਼ ਤਾਂ ਇਹ ਆ ਕਿ ਪੇਰੈਂਟਸ ਅਗਰ ਕੰਫਰਟੇਬਲ ਹੁੰਦੇ ਆ ਤਾਂ ਬੱਚੇ ਨੂੰ ਉਹਦੀ ਬਾਡੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ। ਸੋ ਕਈ ਵਾਰੀ ਨਾ ਆਪਾਂ ਜਦੋਂ ਸੈਕਸ ਐਜੂਕੇਸ਼ਨ ਦੀ ਗੱਲ ਕਰਦੇ ਆ, ਆਪਾਂ ਨੂੰ ਲੱਗਦਾ ਕਿ ਜਿਹੜਾ ਸੈਕਸ਼ੂਅਲ ਐਕਟੀਵਿਟੀ ਆ ਬਈ ਉਹੀ ਉਹਨੂੰ ਬੱਚੇ ਨੂੰ ਦੱਸਣੀ ਆ। ਨਹੀਂ, ਇਟਸ ਅ ਵੈਰੀ ਵਾਈਡ ਟੌਪਿਕ। ਸੈਕਸ਼ੂਅਲ ਐਜੂਕੇਸ਼ਨ ਦੇ ਵਿੱਚ ਬਾਡੀ ਦੇ ਪ੍ਰਤੀ ਬੱਚੇ ਨੂੰ ਪਤਾ ਹੋਣਾ ਬੜਾ ਜ਼ਰੂਰੀ ਆ। ਦੈਟਸ ਨੰਬਰ 1 ਜੀ। ਫਿਰ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਇੱਕ ਕੁਦਰਤੀ ਤੌਰ ਤੇ ਇੱਕ ਐਕਟੀਵਿਟੀ ਆ ਜਿਹੜੀ ਉਮਰ ਦੇ ਹਿਸਾਬ ਨਾਲ ਸਾਨੂੰ ਕਰਨੀ ਚਾਹੀਦੀ ਆ। ਨੰਬਰ 2, ਇਹ ਇੱਕ ਹੋਣੀ ਚਾਹੀਦੀ ਆ ਉਮਰ ਦੇ ਹਿਸਾਬ ਨਾਲ, ਇਹ ਸੈਕਸ਼ੂਅਲ ਐਕਟੀਵਿਟੀ ਆ ਉਮਰ ਦੇ ਹਿਸਾਬ ਨਾਲ ਕਰਨੀ ਚਾਹੀਦੀ ਆ। ਨੰਬਰ 3 ਕਿ ਜਦੋਂ ਅਸੀਂ ਕਿਸੇ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਇਨਵੋਲਵ ਹੁੰਨੇ ਆ, ਰੋਮਾਂਟਿਕ ਰਿਲੇਸ਼ਨਸ਼ਿਪ ਦੇ, ਉਹ ਟਾਈਮ ਕੰਜ਼ਿਊਮਿੰਗ ਆ ਜੀ। ਹੁਣ ਜੇ ਮੈਂ 16 ਸਾਲ ਦਾ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਇਨਵੋਲਵ ਹੋ ਗਿਆ, ਮੇਰੀ ਪੜ੍ਹਾਈ ਸਫਰ ਕਰੂਗੀ ਜੀ। ਇਹ ਦੱਸਣਾ ਬਹੁਤ ਜ਼ਰੂਰੀ ਆ ਬੱਚੇ ਨੂੰ, ਕਿਉਂਕਿ ਬੱਚਿਆਂ ਨੂੰ ਇਹ ਨਹੀਂ ਪਤਾ। ਉਹ ਸੋਚਦੇ ਆ ਵੀ ਮੈਂ ਤਾਂ ਗੱਲਾਂ ਹੀ ਕਰਨੀਆਂ ਤੇ ਉਹ ਤੁਸੀਂ ਔਰ ਪੇਰੈਂਟਸ ਕਈ ਵਾਰੀ ਕਹਿੰਦੇ ਆ ਵੀ ਇਹ ਤਾਂ ਰਾਤ ਨੂੰ 3-3 ਵਜੇ ਤੱਕ ਗੱਲਾਂ ਕਰੀ ਜਾਂਦਾ, ਵੀ ਸਾਨੂੰ ਪਤਾ ਹੀ ਨਹੀਂ ਕਿਹਦੇ ਨਾਲ ਗੱਲਾਂ ਕਰੀਦਾ। ਚਾਂਸਸ ਆਰ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਤੇ ਜਾਂ ਬॉयਫ੍ਰੈਂਡ ਨਾਲ ਗੱਲਾਂ ਕਰੀ ਜਾਂਦੇ ਆ, ਕਿਉਂਕਿ ਹੋਰ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਟਾਈਮ ਨਹੀਂ ਮਿਲ ਰਿਹਾ। ਤਾਂ ਆਫ ਕੋਰਸ ਦੇ ਗੋਣਾ ਟਾਕ ਔਨ ਦਿਸ ਹੋਲ ਥਿੰਗ, ਰਾਈਟ? ਅੱਛਾ, ਉਹ ਜਿਹੜਾ ਰੋਮਾਂਟਿਕ ਰਿਲੇਸ਼ਨਸ਼ਿਪ ਆ ਉਹਦੇ ਬਾਰੇ ਆਪਾਂ ਨੂੰ ਐਕਸਪਲੇਨ ਕਰਨਾ ਪੈਣਾ ਵੀ ਇਮੋਸ਼ਨਸ ਜਦੋਂ ਹਾਈਜੈਕ ਹੁੰਦੀਆਂ ਜੀ, ਉਹ ਸਾਰਾ ਕੁਝ ਹੀ ਹਾਈਜੈਕ ਕਰ ਲੈਂਦੀਆਂ। ਉਹ ਤੁਹਾਡੀ ਇੰਟੈਲੈਕਚੁਅਲ ਐਬਿਲਿਟੀ ਵੀ ਹਾਈਜੈਕ ਕਰ ਲੈਂਦੀਆਂ। ਫਿਰ ਤੁਹਾਨੂੰ ਕੋਈ ਹੋਰ ਚੀਜ਼ ਇੰਪੋਰਟੈਂਟ ਨਹੀਂ ਲੱਗਦੀ, ਤੁਹਾਡਾ ਦਿਮਾਗ ਸਿਰਫ ਉਸ ਰਿਲੇਸ਼ਨਸ਼ਿਪ 'ਚ ਹੀ ਫਿਕਸ ਹੋ ਜਾਂਦਾ। ਤੁਹਾਨੂੰ ਪੜ੍ਹਾਈ ਦਾ ਕੋਈ ਫਿਕਰ ਨਹੀਂ, ਅਸਾਈਨਮੈਂਟ ਦਾ ਕੋਈ ਫਿਕਰ ਨਹੀਂ, ਤੁਹਾਨੂੰ ਕੁਛ ਊਂਚ ਨੀਚ ਦਾ ਫਿਕਰ ਨਹੀਂ, ਦੇਖਣ ਦਾ ਕੋਈ ਫਿਕਰ ਨਹੀਂ, ਕੁਛ ਨਹੀਂ। ਤੁਹਾਨੂੰ ਉਸ ਰਿਲੇਸ਼ਨਸ਼ਿਪ ਬਾਰੇ 24 ਘੰਟੇ ਖਿਆਲ ਆਉਂਦੇ ਆ। ਸੋ ਉਸ ਚੀਜ਼ ਤੋਂ ਬਚਣ ਦੇ ਲਈ ਵਿਦਵਾਨਾਂ ਨੇ ਕਿਹਾ ਕਿ ਬੱਚੇ ਨੂੰ ਪਹਿਲਾਂ ਸੁਚੇਤ ਕਰੋ। ਹਾਂਜੀ, ਪਹਿਲਾਂ ਉਹਨੂੰ ਦੱਸੋ ਵੀ ਇਹ ਤੈਨੂੰ ਕੰਜ਼ਿਊਮ ਕਰੂਗੀ, ਇਹ ਤੈਨੂੰ ਟੇਕ ਓਵਰ ਕਰ ਲੂਗਾ। ਹਾਂ, ਤੂੰ ਫਰੈਂਡਸ਼ਿਪ ਲੈਵਲ ਤੱਕ ਸੀਮਤ ਰੱਖ। ਫਰੈਂਡਸ਼ਿਪ ਕਰਨਾ ਕੋਈ ਮਾੜੀ ਗੱਲ ਨਹੀਂ,
ਉਹ ਕੁੜੀ ਵੀ ਹੋ ਸਕਦੀ ਹੈ, ਮੁੰਡਾ ਵੀ ਹੋ ਸਕਦਾ, ਕੋਈ ਵੀ ਹੋ ਸਕਦਾ। ਹਾਂਜੀ। ਪਰ ਜਦੋਂ ਤੁਸੀਂ ਉਹਨੂੰ ਕਨਵਰਟ ਕਰ ਲੈਂਦੇ ਹੋ ਫਰੈਂਡਸ਼ਿਪ ਨੂੰ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਵਿੱਚ, ਫਿਰ ਪ੍ਰੋਬਲਮ ਆ, ਕਿਉਂਕਿ ਉਮਰ ਨਿਆਣੀ ਆ। ਹਾਂਜੀ। ਉਹ ਫਿਰ ਤੁਹਾਨੂੰ ਮੈਨੇਜ ਨਹੀਂ ਕਰਨੀ ਆਣੀ ਇਮੋਸ਼ਨ। ਟੀਨੇਜ ਈਅਰਸ 'ਚ ਤਾਂ ਵੈਸੇ ਹੀ ਇਮੋਸ਼ਨਸ ਨਹੀਂ ਮੈਨੇਜ ਹੁੰਦੀਆਂ, ਕਿਉਂਕਿ ਬੋਡੀ ਫਲਕਚੁਏਟ ਕਰਦੀ ਆ, ਹਾਰਮੋਨਲ ਹਜੇ ਬੈਲੈਂਸ ਨਹੀਂ ਹੋਏ ਜੀ। ਤੇ ਵੈਸੇ ਹੀ ਕਿਉਂਕਿ ਫਲਕਚੁਏਟ ਕਰਦੀ ਆ, ਇਸ ਕਰਕੇ ਤੇ ਉਧਰੋਂ ਉਹ ਉਸ ਰੋਮਾਂਟਿਕ ਰਿਲੇਸ਼ਨਸ਼ਿਪ 'ਚ ਇੱਕ ਹੋਰ ਹਾਰਮੋਨਸ ਰਿਲੀਜ਼ ਹੋ ਰਹੇ ਆ ਜੀ। ਤੇ ਇਸ ਕਰਕੇ ਉਹਨਾਂ ਨੂੰ ਇਸ ਤਰੀਕੇ ਨਾਲ ਐਕਸਪਲੇਨ ਕਰਨਾ ਬੜਾ ਜ਼ਰੂਰੀ ਆ। ਸੋ ਪਹਿਲਾਂ ਬੋਡੀ ਨੂੰ ਐਕਸਪਲੇਨ ਕਰੋ, ਫਿਰ ਤੁਸੀਂ ਸਟੇਜਸ ਨੂੰ ਐਕਸਪਲੇਨ ਕਰੋ, ਫਿਰ ਤੁਸੀਂ ਉਹਨੂੰ ਕਹੋ ਵੀ ਇਹ ਕਿੰਨੀ ਪ੍ਰੋਬਲਮੈਟਿਕ ਵਾਲੀ ਗੱਲ ਆ, ਤੇ ਫਿਰ ਤੁਸੀਂ ਉਹਨੂੰ ਕਰ ਸਕਦੇ ਹੋ ਵੀ you need to be able to control your emotions. That's what maturity demands of a girl and of a boy. ਹਾਂਜੀ। ਹੁਣ ਕੰਪਲੀਟ ਐਜੂਕੇਸ਼ਨ ਹੋਈ ਆਪਣੀ, Yani it's a one whole circle that we are now kind of looking at it. Otherwise ਤਾਂ ਇਹ incomplete circle ਹੋ ਜਾਊਗਾ, right? ਕਿਉਂਕਿ ਜੇ ਆਪਾਂ ਇਹਨੂੰ ਇੱਕ ਤਰਫਾ ਹੀ ਲੈ ਲਿਆ ਤੇ ਬਾਕੀ ਦਾ ਨਹੀਂ ਐਕਸਪਲੇਨ ਕੀਤਾ, ਤੇ ਇਹਦੀਆਂ ਇੰਪਲੀਕੇਸ਼ਨਸ ਕੀ ਪੈਂਦੀਆਂ, ਇਹਦੇ ਪਰਿਵਾਰ ਤੇ ਕੀ ਪੈਂਦੀਆਂ, ਇਹਦੇ ਤੇ ਉਹਦੇ ਇੰਡੀਵਿਜੂਅਲ ਤੇ ਕੀ ਪੈਂਦੀਆਂ। ਅੱਜ ਤੋਂ ਮੇਰਾ ਖਿਆਲ 'ਚ 1960 ਦੇ ਵਿੱਚ ਜਦੋਂ 60s ਤੇ ਫਿਰ 70s ਫਿਰ 80s 'ਚ ਇਹ 30 ਸਾਲਾਂ 'ਚ 60 70 80 'ਚ ਨਾਰਥ ਅਮਰੀਕਾ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਟੀਨੇਜ ਪ੍ਰੈਗਨੈਂਸੀ ਸੀਗੀਆਂ। ਜੀ, that is so true. ਇਹਨਾਂ ਨੇ ਫਿਰ ਕਿਹਾ ਵੀ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ। ਜੀ। ਅੱਛਾ, ਅਪ ਟੂ 1990s ਤੱਕ ਹਾਈ ਸਕੂਲਾਂ ਦੇ ਵਿੱਚ ਕੁੜੀਆਂ ਮੁੰਡਿਆਂ ਨੂੰ ਡਾਲਸ ਮਿਲਦੀਆਂ ਸੀ ਔਰ ਉਹ ਪ੍ਰੋਗਰਾਮ ਕੀਤੀਆਂ ਹੋਈਆਂ ਸੀ। ਜੀ। ਮੁੰਡੇ ਨੂੰ ਵੀ ਡਾਲ ਮਿਲਦੀ ਸੀ, ਕੁੜੀ ਨੂੰ ਵੀ ਡਾਲ ਮਿਲਦੀ ਸੀ, ਹਰ ਇੱਕ ਕੁੜੀ ਨੂੰ। ਔਰ ਉਹਨੂੰ ਤੁਸੀਂ ਚੇਂਜ ਕਰਨਾ ਪੈਂਦਾ ਸੀ, ਉਹਦਾ ਡੈਪਰ ਵੀ ਚੇਂਜ ਕਰਨਾ, ਉਹ ਰੋਂਦੀ ਵੀ ਸੀ, ਉਹ ਪਾਣੀ ਵੀ ਮੰਗਦੀ ਸੀ, ਉਹ ਰੋਟੀ ਵੀ ਮੰਗਦੀ ਸੀ, ਤੇ ਉਹਦੇ 'ਚ ਇੱਕ ਕੰਪਿਊਟਰ ਜਿਹਾ ਲੱਗਿਆ ਸੀ ਤੇ ਟੀਚਰ ਦੇਖਦਾ ਸੀਗਾ ਵੀ ਤੁਸੀਂ ਇਹਨੂੰ ਉਹ ਬੇਸਿਕਲੀ ਇਹ ਟੀਚ ਕਰਦੀ ਸੀ ਵੀ ਤੁਸੀਂ ਮਤਲਬ ਕਿ ਟੀਨੇਜ ਮਮ ਨਹੀਂ ਬਣਨਾ, ਟੀਨੇਜ ਡੈਡ ਨਹੀਂ ਬਣਨਾ। ਇਟਸ ਵੈਰੀ ਪ੍ਰੋਬਲਮੈਟਿਕ। ਤੇ ਉਹਦੇ ਨਾਲ ਕੀ ਹੋਇਆ ਕਿ ਹੁਣ ਦੇਖੋ ਕਿੰਨੀਆਂ ਘਟ ਗਈਆਂ ਟੀਨੇਜ ਮਮਸ। ਉਹ ਐਜੂਕੇਸ਼ਨ ਨਾਲ ਘਟੀਆਂ। ਜੀ। That is what is important, ਕਿ ਆਪਾਂ ਐਜੂਕੇਟ ਕਰੀਏ ਆਪਣੇ ਬੱਚਿਆਂ ਨੂੰ ਬਈ ਤੁਸੀਂ you have to understand that this is a responsible age appropriate intervention that we have to do. Age appropriate. You can't just do it at any given time. ਇਹਦੇ ਨਾਲ ਇਹਦੇ certain consequences ਆ, ਇਹ time consuming ਆ, ਇਹ emotions ਮਤਲਬ ਕਿ demand ਕਰਦੀ ਆ, ਬਹੁਤ ਸਾਰੀ efforts demand ਕਰਦੀ ਆ। So you have to be really careful before you convert this. ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ complete sexual education ਆ for a child in Canada. Canada ਦੇ ਵਿੱਚ। ਅੰਕਲ ਅੱਜ ਦੇ ਲਈ ਇੰਨਾ ਹੀ ਸੀਗਾ। ਥੈਂਕ ਯੂ ਸੋ ਮਚ। ਆਈ ਰੀਅਲੀ ਹੋਪ ਸਾਰਿਆਂ ਨੂੰ ਆਮ ਸ਼ੋਰ ਜਿਹੜਾ ਵੀ ਇਹ ਵੀਡੀਓ ਦੇਖੇਗਾ ਉਹਨੂੰ ਡੈਫੀਨਿਟਲੀ ਕੁਛ ਨਾ ਕੁਛ ਸਿੱਖਣੇ ਨੂੰ ਮਿਲੇਗਾ। ਬਾਕੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀ ਜਿਹੜੀ ਇਨਫੋਰਮੇਸ਼ਨ ਆ, ਇਹਨਾਂ ਨੂੰ ਕਿਵੇਂ ਕੰਟੈਕਟ ਕਰਨਾ, ਇਹਨਾਂ ਦੀ ਵੈਬਸਾਈਟ, ਉਹ ਸਾਰੀ ਇਨਫੋਰਮੇਸ਼ਨ ਮੈਂ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਖ ਦੂੰਗੀ। ਐਟ ਦੀ ਐਂਡ ਮੈਂ ਕੋਈ ਪ੍ਰੋਫੈਸ਼ਨਲ ਨਹੀਂ ਆ, ਡੈਫੀਨਿਟਲੀ ਆਮ ਅ ਵੂਮਨ, ਆਮ ਅ ਕਰੀਅਰ ਵੂਮਨ, ਆਮ ਅ ਮਦਰ। ਮੈਂ ਇਹ ਕਹਿ ਸਕਦੀ ਹਾਂ ਕਿ ਆਪਣੇ ਬੱਚਿਆਂ ਦੇ ਦੋਸਤ ਬਣੋ, ਉਹਨਾਂ ਦੇ ਨੇੜੇ ਆਓ, ਉਹਨਾਂ ਨੂੰ ਇੰਨਾ ਕੁ ਕੌਨਫੀਡੈਂਸ ਦਿਓ ਤਾਂ ਕਿ ਤੁਸੀਂ ਉਹਨਾਂ ਦੀ ਕੋਈ ਵੀ ਦਿਲ ਦੀ ਗੱਲ ਆ ਉਹ ਕੰਫਰਟੇਬਲੀ ਆ ਕੇ ਤੁਹਾਡੇ ਨਾਲ ਕਰ ਸਕਣ। ਆਪਾਂ ਬਹੁਤ ਮਿਹਨਤ ਕਰਦੇ ਹਾਂ ਬੱਚਿਆਂ ਦੇ ਉੱਤੇ, ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਾਂ, ਬਟ ਕਈ ਗੱਲਾਂ ਦੇ ਜਿਹੜੇ ਨਜ਼ਰੀਏ ਹੁੰਦੇ ਉਹਨਾਂ ਕਰਕੇ ਆਪਾਂ ਪਿੱਛੇ ਰਹਿ ਜਾਂਦੇ ਹਾਂ। ਐਂਡ ਆਈ ਥਿੰਕ ਵਕਤ ਆ ਗਿਆ ਹੈ ਐਜ਼ ਅ ਕਮਿਊਨਿਟੀ ਆਪਾਂ ਸਾਰੇ ਇਕੱਠੇ ਆਪਣੀਆਂ ਰਿਸੋਰਸਿਸ ਨੂੰ ਯੂਜ਼ ਕਰਕੇ ਇੱਕ ਦੂਜੇ ਨੂੰ ਥੋੜਾ ਸਟੈਂਡ ਕਰੀਏ। ਜੇ ਸਾਡੇ 'ਚ ਕੋਈ ਕਮੀਆਂ, ਬਹੁਤ ਰਿਸੋਰਸਿਸ ਹੈਗੀਆਂ ਆ, ਆਪਾਂ ਉਹਨਾਂ ਤੋਂ ਹੈਲਪ ਲੈ ਸਕਦੇ ਹਾਂ। ਤੁਹਾਨੂੰ ਕੋਈ ਕੁਐਸਚਨ ਹੈਗਾ ਆ, ਰੀਚ ਆਊਟ ਟੂ ਪੰਜਾਬੀ ਕਮਿਊਨਿਟੀ ਸਰਵਿਸਿਜ਼। ਇਹਨਾਂ ਦੇ ਕੋਲ ਬਹੁਤ ਸਰਵਿਸਿਜ਼ ਅਵੇਲੇਬਲ ਨੇ, ਵੋਲੰਟੀਅਰ ਸਰਵਿਸਿਜ਼ ਹੈਗੀਆਂ, ਲਾਈਕ ਆਈ ਸੈਡ ਮੈਂਟਲ ਹੈਲਥ ਰਿਲੇਟਡ ਸਰਵਿਸਿਜ਼ ਹੈਗੀਆਂ ਆ। ਅੰਕਲ ਥੈਂਕ ਯੂ ਸੋ ਮਚ। ਆਈ ਰੀਅਲੀ ਹੋਪ ਆਪਾਂ ਥੋੜ੍ਹੀਆਂ ਜਿਹੀਆਂ ਹੋਰ ਵੀਡੀਓਜ਼ ਕਰ ਸਕੀਏ ਇਹਨਾਂ ਚੀਜ਼ਾਂ ਦੇ ਬਾਰੇ ਫਿਊਚਰ ਦੇ ਵਿੱਚ, ਬਿਕਾਜ਼ ਬਹੁਤ ਨੌਲੇਜ ਮਿਲਦੀ ਹੈ ਐਂਡ ਬਹੁਤ ਬੈਨੀਫਿਟ ਹੁੰਦਾ ਇਹਨਾਂ ਚੀਜ਼ਾਂ ਦੇ ਲਈ। ਸੋ ਥੈਂਕ ਯੂ ਅਗੇਨ ਸੋ ਮਚ। ਥੈਂਕ ਯੂ ਜੀ, ਥੈਂਕ ਯੂ।